ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਤੇ ਉਹ ਅੱਜ ਦਾ ਪ੍ਰੋਗਰਾਮ ਅਪਡੇਟ ਫਾਰਮਿੰਗ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅਪਡੇਟ ਫਾਰਮਿੰਗ ਦੇ ਵਿੱਚ ਤੁਹਾਡੇ ਨਾਲ ਅਸੀਂ ਗੱਲਬਾਤ ਕਰਾਉਂਦੇ ਹਾਂ ਉਹਨਾਂ ਲੋਕਾਂ ਦੇ ਨਾਲ ਜੋ ਫਾਰਮਿੰਗ ਦੇ ਨਾਲ ਜੁੜੇ ਹੋਏ ਆ, ਜੋ ਤਾਜ਼ਾ ਸਥਿਤੀਆਂ ਜਿਹੜੀਆਂ ਆ ਉਹ ਚੱਲ ਰਹੀਆਂ ਹੁੰਦੀਆਂ, ਜੋ ਸਿਚੁਏਸ਼ਨ ਖੇਤਾਂ 'ਚ ਜਾਂ ਉਸ ਦੇ ਨਾਲ ਜਿੱਧਰ ਕਿਤੇ ਵੀ ਕੋਈ ਐਡਵੋਕੇਸੀ ਜਾਂ ਕੋਈ ਹੋਰ ਇਨਫੋਰਮੇਸ਼ਨ ਹੁੰਦੀ ਆ ਉਹ ਤੁਹਾਡੇ ਨਾਲ ਇਸ ਦੀ ਸਾਂਝ ਪਾਉਂਦੇ ਆ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਪੰਜਾਬੀ ਰੇਡੀਓ USA ਦੇ ਲੰਮੇ ਸਮੇਂ ਤੋਂ ਜਿਹੜੇ ਇਹ ਪ੍ਰਸ਼ੰਸਕ ਵੀ ਰਹੇ ਆ, ਇੱਥੇ ਖੇਤੀਬਾੜੀ ਵੀ ਕਰਦੇ ਆ, ਕਰਮਨ ਇਲਾਕੇ 'ਚ ਫਰੈਜ਼ਨੋ ਕਾਉਂਟੀ 'ਚ ਸਰਬਜੀਤ ਸਿੰਘ ਸਰਾਂ ਜੀ ਅੱਜ ਆਪਣੇ ਨਾਲ ਜੁੜੇ ਆ। ਸੌਗੀ ਦੀ ਖੇਤੀ ਬਾਰੇ ਜਿਹੜੀ ਅੱਜ ਉਹਨਾਂ ਦੇ ਨਾਲ ਜ਼ਿਆਦਾ ਖੁੱਲ ਕੇ ਗੱਲਬਾਤ ਕਰਦੇ ਆ। ਸਭ ਤੋਂ ਪਹਿਲਾਂ ਸਰਬਜੀਤ ਸਿੰਘ ਸਰਾਂ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਰਾਜਕਰਨਵੀਰ ਸਿੰਘ ਜੀ, ਆਪ ਜੀ ਨੂੰ ਤੇ ਆਪ ਜੀ ਦੇ ਸਾਰੇ ਸਰੋਤਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਡੇ ਅੱਜ ਦੇ ਇਸ ਅਪਡੇਟ ਫਾਰਮਿੰਗ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਇਸ ਦੇ ਨਾਲ USDA NRCS ਦਾ ਮਹਿਕਮਾ, ਐਲਮੰਡ ਬੋਰਡ ਆਫ ਕੈਲੀਫੋਰਨੀਆ ਤੇ ਜਸਬੀਰ ਸਿੰਘ ਨਿੱਜਰ ਟ੍ਰੇਸੀ ਤੋਂ ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-272-5200 ਦੇ ਉੱਤੇ। ਪੰਜਾਬੀ ਅਮਰੀਕਨ ਗਲੋਬਲ ਗਰੁੱਪ ਦੇ ਨਾਲ ਮਿਲ ਕੇ ਆਪਾਂ ਇਹ ਗੱਲਬਾਤ ਹਮੇਸ਼ਾ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਆ ਤੇ ਸਰਬਜੀਤ ਸਿੰਘ ਸਰਾਂ ਜੀ ਉਹਨਾਂ ਦੇ ਨਾਲ ਵੀ ਜਿਹੜੇ ਆ ਉਹ ਜੁੜੇ ਹੋਏ ਨੇ ਪੰਜਾਬੀ ਅਮਰੀਕਨ ਗਲੋਬਲ ਗਰੁੱਪ ਦੇ। ਅੱਜ ਆਪਾਂ ਸੌਗੀ ਦੀ ਸਰਬਜੀਤ ਸਿੰਘ ਜੀ ਗੱਲਬਾਤ ਕਰਦੇ ਆ। ਸੋ ਸਭ ਤੋਂ ਪਹਿਲਾਂ ਲੇਟੈਸਟ ਸਿਚੁਏਸ਼ਨ ਖੇਤਾਂ ਦੇ ਵਿੱਚ ਇਸ ਟਾਈਮ ਸੌਗੀ ਨੂੰ ਲੈ ਕੇ ਕੀ ਅਪਡੇਟਸ ਜਿਹੜੀਆਂ ਚੱਲ ਰਹੀਆਂ ਆ। ਅੰਗੂਰਾਂ ਦੀ ਸੌਗੀ ਬਣਨੀ ਆ, ਸੋ ਅੰਗੂਰਾਂ ਦੇ ਜਿਹੜੇ ਗੁੱਛੇ ਆ ਉਹ ਲੱਗਣੇ ਸ਼ੁਰੂ ਹੋ ਗਏ ਹੋਣੇ ਆ ਜਾਂ ਫੁੱਲ ਪੈ ਗਿਆ, ਕੀ ਸਿਚੁਏਸ਼ਨ ਇਸ ਟਾਈਮ ਜਿਹੜੀ ਉਹ ਚੱਲ ਰਹੀ ਹੈ ਖੇਤਾਂ 'ਚ? ਪਹਿਲਾਂ ਤਾਂ ਜੀ ਮੈਂ ਪੰਜਾਬੀ ਅਮਰੀਕਨ ਗਰੁੱਪ ਅਰਸ਼ਦੀਪ ਸਿੰਘ ਤੇ ਭਾਜੀ ਜਸਵੀਰ ਸਿੰਘ ਸਿੱਧੂ ਹੋਣਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ, ਇਹਨਾਂ ਨੇ ਮੌਕਾ ਦਿੱਤਾ ਜੀ ਇੱਥੇ, ਤੇ ਨਾਲ ਰਾਜੀ ਆਪ ਜੀ ਦਾ ਤੇ ਤੁਹਾਡੇ ਸਾਰੇ ਪੂਰੇ ਪੰਜਾਬੀ ਰੇਡੀਓ USA ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ। ਜੀ, ਅੰਗੂਰਾਂ ਨੂੰ ਲੈ ਕੇ ਅੱਜ ਕੱਲ ਹੁਣ ਫੁੱਲ ਸਕੈਜੂਲ ਚੱਲ ਰਿਹਾ ਜੀ ਅੰਗੂਰਾਂ ਦਾ। ਇਸ ਵੇਲੇ ਗੁੱਛੇ ਨਿਕਲ ਚੁੱਕੇ ਆ ਤੇ ਜ਼ਿਮੀਂਦਾਰ ਸਾਰੇ ਬੀਜੀ ਆ, ਪੂਰੇ ਸਪਰੇਆਂ ਹੋ ਰਹੀਆਂ ਤੇ ਤਕਰੀਬਨ ਹੁਣ ਸੌਗੀ ਵੱਲ ਨੂੰ ਜਾ ਰਹੇ ਆ, ਜਿੱਦਾਂ ਵੀ ਹੁਣ ਗਾਹਾਂ ਸਿਚੁਏਸ਼ਨ ਆਈ ਜਾਂਦੀ ਆ। ਹੁਣ ਇਸ ਵੇਲੇ ਪਹਿਲਾਂ ਸਟ੍ਰੈਚਿੰਗ ਸੀਗੀ, ਹੁਣ ਗੁੱਛੇ ਚੰਗੇ ਲੰਬੇ ਬਣ ਚੁੱਕੇ ਆ, ਵੱਡੇ ਆ, ਹੁਣ ਦਿਸ ਰਹੇ ਆ ਗੁੱਛੇ ਪੂਰੇ। ਠੀਕ ਹੈ। ਤੇ ਉਸ ਤੋਂ ਬਾਅਦ ਹੁਣ ਇਹਨਾਂ ਨੂੰ ਸੰਭਾਲਣ ਦੀ ਗੱਲਬਾਤ ਹੋ ਰਹੀ ਆ। ਜ਼ਿਆਦਾ ਸੰਭਾਲਣ ਦੀ ਗੱਲ ਆ ਵੀ ਹੁਣ ਵੈਦਰ ਕਿੱਦਾਂ ਸਾਡੀ ਹੈਲਪ ਕਰਦਾ, ਕੀ ਹੋਣਾ ਚਾਹੀਦਾ ਗਾਹਾਂ। ਤੇ ਹੁਣ ਸਪਰੇਆਂ ਸਲਫਰ ਇਹ ਕਰ ਰਹੇ ਆ ਪੂਰੇ ਜ਼ੋਰਾਂ ਸ਼ੋਰਾਂ 'ਚ, ਤਾਂ ਕਿ ਆਪਾਂ ਇਹਨਾਂ ਨੂੰ ਹੌਲੀ ਸੌਗੀ ਤੱਕ ਪਹੁੰਚਾਈਏ। ਬਿਲਕੁਲ, ਪਹਿਲਾਂ ਅੰਗੂਰ ਬਣਾਉਣੇ ਆ, ਮਿੱਠਾ ਪਾਉਣਾ ਆ, ਫਿਰ ਉਹਨੂੰ ਸੁਕਾਉਣਾ ਹੈ। ਬਸ ਜੀ ਬਿਲਕੁਲ। ਸੋ ਆਪਾਂ ਇਹਦੇ ਨਾ ਪੂਰੇ ਸਕੈਜੂਲ ਦੀ ਗੱਲ ਕਰਾਂਗੇ। ਜਿਹੜੇ ਚਲੋ ਆਪਣੇ ਨਾਲ ਬਹੁਤ ਸਾਰੇ ਤਰ੍ਹਾਂ ਦੇ ਜਿਹੜੀ ਖੇਤੀਬਾੜੀ ਕਰਨ ਵਾਲੇ ਜਿਹੜੇ ਕਿਸਾਨ ਆ ਉਹ ਜੁੜਦੇ ਨੇ, ਤੇ ਅੱਜ ਆਪਾਂ ਜਿੱਦਾਂ ਦੱਸਿਆ ਵੀ ਰੇਜ਼ਨ ਉਸ ਦੇ ਬਾਰੇ ਜਿਹੜੀ ਉਹ ਗੱਲਬਾਤ ਕਰਾਂਗੇ। ਇਹਦਾ ਸੀਜ਼ਨ ਕੀ ਹੁੰਦਾ, ਕਿਹੜੇ ਟਾਈਮ ਦੇ? ਉਹ ਤਾਂ ਚਲੋ 12 ਮਹੀਨੇ ਇਹਨਾਂ ਨੇ ਜ਼ਮੀਨ ਦੇ ਵਿੱਚ ਰਹਿਣਾ ਆ, ਸੌ ਜਾਂਦੇ ਆ। ਸ਼ੁਰੂਆਤ ਜੇ ਆਪਾਂ ਸਪਰਿੰਗ ਤੋਂ ਪੱਤੇ ਆਉਣ ਤੋਂ ਕਰਦੇ ਜਾਈਏ, ਇਹ ਕਿਹੜੇ ਕੁ ਮਹੀਨੇ ਜਿਹੜੇ ਆਪਾਂ ਕੈਲੀਫੋਰਨੀਆ ਦੇ ਵਿੱਚ ਜਿਹੜੇ ਆ ਰੇਜ਼ਨ ਦੇ ਲਈ ਕਦੋਂ ਪੱਤੇ ਆਉਂਦੇ ਆ, ਕਦੋਂ ਸ਼ੁਰੂਆਤ ਹੁੰਦੀ ਹੈ ਇਹਦੀ ਵੇਲਾਂ ਦੀ? ਸ਼ੁਰੂਆਤ ਇਹਨਾਂ ਦੀ ਵੇਲਾਂ ਦੀ ਜਦੋਂ ਉਹਨਾਂ ਦੀ ਫਰੂਣੀ ਵਗੈਰਾ ਹੋ ਜਾਂਦੀ ਆ, ਟਾਈਆਂ ਪੈ ਜਾਂਦੀਆਂ, ਤੇ ਉਸ ਤੋਂ ਬਾਅਦ ਫਿਰ ਵੇਟ ਕਰੀਦੀ ਆ। ਫਿਰ ਮਾਰਚ ਦੇ ਤਕਰੀਬਨ ਤੀਜੇ ਕੁ ਹਫ਼ਤੇ ਨਾ ਇਹੋ ਕੋਈ ਯਾਨੀ ਕਿ ਫੁੱਟਣਾ ਸ਼ੁਰੂ ਹੋ ਜਾਂਦਾ। ਠੀਕ ਆ। ਕਿਤੇ ਨਿਕਲਣ ਲੱਗ ਪੈਂਦਾ, ਲੱਗ ਜਾਂਦਾ ਪਤਾ ਵੀ ਹੁਣ ਬਈ ਆਲਰੇਡੀ ਪਗਾਰਾ ਨਿਕਲਣ ਲੱਗ ਪਿਆ। ਇਹ ਮਾਰਚ ਦੇ ਐਂਡ ਦੇ ਬਸੰਤ ਆ ਜਾਂਦੀ ਉਦੋਂ ਤੀਜੇ ਹਫ਼ਤੇ ਇਹੋ ਤਕਰੀਬਨ। ਤੇ ਕਰਦੇ ਜਾਨੀ ਕਿ ਫੁੱਲ ਜਿਹੜਾ ਆ ਪੂਰੇ ਯਾਨੀ ਕਿ ਜਿਹੜਾ ਫੁੱਟਦਾ ਆ ਇਹ ਅਪ੍ਰੈਲ ਦੀ 6-7 ਤਰੀਕ ਤੱਕ ਭਰ ਜਾਂਦੇ ਆ। ਠੀਕ ਹੈ, ਗੁੱਛੇ ਪੈਣੇ ਸ਼ੁਰੂ ਹੋ ਜਾਂਦੇ। ਗੁੱਛੇ ਨਾਲ ਹੀ ਬਸ ਜਦੋਂ ਪੱਤੇ ਨਿਕਲਣੇ ਆ ਤੇ ਸਮਝ ਲਓ ਨਾਲ ਹੀ ਉਹ ਟਾਹਣੀਆਂ ਜਿਹੜੀਆਂ ਨਿਕਲਣੀਆਂ ਉਹਨਾਂ ਨਾਲ ਹੀ ਗੁੱਛਾ ਆ। ਠੀਕ ਹੈ ਜੀ। ਤੇ ਪਤਾ ਲੱਗ ਜਾਂਦਾ ਵੀ ਗੁੱਛੇ ਕਿੰਨੇ ਨਿਕਲ ਰਹੇ ਆ, ਕਿੱਦਾਂ ਨਿਕਲ ਰਹੇ ਆ। ਉਹ ਪੂਰਾ ਅਪ੍ਰੈਲ ਦੀ 15 ਤਰੀਕ ਤੱਕ ਸਾਰਾ ਪਤਾ ਲੱਗ ਜਾਂਦਾ ਵੀ ਕਿੰਨੀ ਕੁ ਸਿਚੁਏਸ਼ਨ ਕੀ ਹੋਣਾ, ਕ੍ਰਪ ਕਿੱਦਾਂ ਦਾ ਹੋਣਾ, ਤੇ ਫਿਰ ਉਸ ਤੋਂ ਬਾਅਦ ਸਾਰੀ ਸਾਂਭ ਸੰਭਾਲ ਸ਼ੁਰੂ ਹੋ ਜਾਂਦੀ ਆ। ਠੀਕ ਹੈ ਜੀ। ਸੋ ਹੁਣ ਜਿੱਦਾਂ ਹੁਣ ਅਪ੍ਰੈਲ ਤੋਂ ਆਪਾਂ ਮਈ ਦੇ ਮਹੀਨੇ ਦੇ ਵਿੱਚ ਆ ਗਏ ਆ,
ਇਹ ਜਦੋਂ ਸ਼ੁਰੂਆਤ ਹੁੰਦੀ ਆ ਉਦੋਂ ਚਲੋ ਆਪਣੇ ਇਲਾਕੇ 'ਚ ਇੱਥੇ ਮੀਂਹ ਪੈ ਕੇ ਹਟੇ ਹੁੰਦੇ ਆ, ਉਦੋਂ ਇਹਨਾਂ ਨੂੰ ਪਾਣੀ ਲਾਉਣ ਦੀ ਜ਼ਰੂਰਤ ਹੁੰਦੀ ਹੈ ਜਾਂ ਨਹੀਂ ਜ਼ਰੂਰਤ ਹੁੰਦੀ ਸ਼ੁਰੂਆਤ? ਪਾਣੀ ਜਿਹੜੇ ਅੰਗੂਰ ਹੈਗੇ ਆ ਤਕਰੀਬਨ ਫਲੱਡ ਤੇ ਹੀ ਆ, ਤਕਰੀਬਨ ਜਿਹੜੇ ਜ਼ਿਆਦਾ ਫਲੱਡ ਤੇ ਅੰਗੂਰ ਆ ਠੀਕ ਹੈ। ਤਕਰੀਬਨ ਕਈ ਤਾਂ ਲਾ ਲੈਂਦੇ ਪਾਣੀ, ਜਿੱਦਾਂ ਪੂਰਾ ਨਹੀਂ ਲਾਉਣਾ ਤੁਸੀਂ, ਇੱਕ ਰੋਜ਼ ਛੱਡ ਕੇ ਲਾ ਲਵੋ, ਠੀਕ ਆ, ਇੰਨਾ ਪਾਣੀ ਦੀ ਲੋੜ ਨਹੀਂ ਹੁੰਦੀ ਪਹਿਲਾਂ। ਖੜਾਉਣਾ ਨਹੀਂ ਪਾਣੀ ਖੜਾਉਣ ਦੀ ਲੋੜ ਨਹੀਂ ਪੈਂਦੀ, ਕਿਉਂ ਜਿਹੜੀ ਇਹਦੀ ਅੰਗੂਰ ਆ ਜਿਹੜੇ ਪੁਰਾਣੇ ਹੈਗੇ ਆ ਥੌਮਸਨ ਜਿਹਨੂੰ ਸਾਦੇ ਆ, ਅਸਲੀ ਵੈਰਾਈਟੀ ਦੱਸਦੇ ਆ ਵੀ ਇਹਨਾਂ ਦੀ ਜੜ ਕਾਫੀ ਡੂੰਘੀ ਹੁੰਦੀ ਆ। ਕਿੰਨੀ ਕੁ ਚਲੇ ਜਾਂਦੀ? 10 ਕੁ ਫੁੱਟ ਦੇ ਲਾਗੇ। ਅੱਛਾ, 8 ਕੁ ਫੁੱਟ ਤੋਂ 10 ਦੇ ਵਿਚਕਾਰ ਆ। ਠੀਕ ਆ। ਤੇ ਇਹਨੂੰ ਪਾਣੀ ਪੂਰਾ ਯਾਨੀ ਕਿ ਥੱਲਿਓਂ ਮਿਲਦਾ ਆ, ਇਹਨੂੰ ਲੋੜ ਨਹੀਂ ਪੈਂਦੀ ਉੱਤੋਂ ਪਾਣੀ ਦੀ, ਇੰਨੀ ਛੇਤੀ ਪਾਣੀ ਦੀ ਲੋੜ ਨਹੀਂ ਪੈਂਦੀ। ਤੇ ਇਹਨੂੰ ਪਾਣੀ ਤਕਰੀਬਨ ਮਾਰਚ ਦੇ ਵਿੱਚ ਵੀ ਘੱਟ ਹੀ ਲਾਉਂਦੇ, ਅਪ੍ਰੈਲ ਦੇ ਵਿੱਚ ਇੱਕ ਰੋਜ਼ ਛੱਡ ਕੇ ਲਾ ਲਈਦਾ। ਠੀਕ ਹੈ ਜੀ। ਤੇ ਉਹਦੇ ਨਾਲ ਇਹੋ ਮਈ ਤੱਕ ਆ ਜਾਂਦਾ, ਕਿਉਂ ਫੇਰ ਮਈ ਦੇ ਵਿੱਚ ਤਾਂ ਫੇਰ ਫੁੱਲ ਸਕੇਜੂਲ ਸ਼ੁਰੂ ਹੋ ਜਾਂਦਾ, ਫਿਰ ਮਤਲਬ ਗਰਮੀ ਵੀ ਆ ਜਾਂਦੀ ਹੈ ਨਾ। ਹਾਂਜੀ ਹਾਂਜੀ। ਤੇ ਫੇਰ ਉਸ ਤੋਂ ਬਾਅਦ ਪਾਣੀ ਸਮਝ ਲਓ ਸ਼ੁਰੂ ਹੋ ਜਾਂਦਾ, ਤੇ ਨਾਲ ਹੀ ਨਾਲ ਫਿਰ ਤੁਹਾਨੂੰ ਜਿੱਦਾਂ ਆਪਣਾ ਇਹ ਘਾਹ ਬਹੁਤ ਜੰਮਦਾ ਵੱਟਾਂ ਤੇ, ਠੀਕ ਆ, ਉਹ ਫਿਰ ਸਪਰੇਆਂ ਸ਼ੁਰੂ ਹੋ ਜਾਂਦੀਆਂ, ਵੀਡ ਸਪਰੇ, ਹਰਬੀਸਾਈਡ, ਹਾਂਜੀ ਹਰਬੀਸਾਈਡ ਕਰ ਲਓ। ਤੇ ਉੱਪਰ ਵੀ ਤਕਰੀਬਨ ਜਦੋਂ ਨਵੇਂ ਫੁੱਟਦੇ ਆ ਉਦੋਂ ਥੋੜੀ ਜਿੱਦਾਂ ਮਾਈਕਰੋਸਲਫਰ ਪਾ ਕੇ ਫੇਰ ਦੇਈਦੀ ਆ, ਵੀ ਉਹ ਜਿਹੜਾ ਜਿੰਨੇ ਕੁ ਗੁੱਛੇ ਨਿਕਲੇ ਆ, ਜਿੰਨੇ ਕੁ ਸੁੱਕੀ ਹੁੰਦੀ ਹੈ ਕਿ ਗਿੱਲੀ? ਨਹੀਂ, ਗਿੱਲੀ। ਅੱਛਾ, ਉਹ ਵਧੀਆ ਰਹਿੰਦੀ ਆ। ਫਿਰ ਉਹ ਇੰਨੀ ਨਹੀਂ ਪਾਉਣੀ ਤੁਸੀਂ, ਐਵੇਂ ਪਾਉਂਡ ਕੇ ਏਕੜ ਦੀ ਹੁੰਦੀ ਆ ਸਿਰਫ ਉਹ। ਅੱਛਾ, ਤੇ ਕਿੰਨੇ ਗੈਲਨ ਟੈਂਕ ਦੇ ਵਿੱਚ? 400 ਗੈਲਨ ਦੇ ਵਿੱਚ ਉਹ 20 ਏਕੜ ਹੋ ਜਾਂਦੇ ਆ ਬਸ। ਠੀਕ ਆ। 15 ਪਾਉਂਡ ਪਾ ਲਈ ਦੀ ਹੈ, ਕਿਉਂ ਥੋੜੀ ਪਾਵਾਂਗੇ ਉਹ ਸੜ ਨਾ ਜਾਣ। ਹਾਂ ਤਾਂ ਫਿਰ ਉਹਦੇ ਨਾਲ ਬਿਲਕੁਲ ਨਵੇਂ ਹੁੰਦੇ ਆ ਨਾ ਜੀ। ਹਾਂਜੀ, ਉਹਦੇ ਨਾਲ ਫਿਰ ਉਹ ਪ੍ਰੋਟੈਕਟਰ ਰਹਿੰਦੇ ਆ ਪੂਰੇ। ਕੋਈ ਜਿਹੜੀ ਬਿਮਾਰੀ ਡਿਜ਼ੀਜ਼ ਆਵੇ ਵੀ ਕੋਈ, ਫਿਰ ਉਹਦੇ ਨਾਲ ਉਹ ਪੂਰੇ ਠੀਕ ਰਹਿਣਗੇ। ਕਿਹੜੀ ਡਿਜ਼ੀਜ਼ ਇਸ ਸਮੇਂ ਦੇ ਵਿੱਚ ਆਈ? ਉਦੋਂ ਫੰਗਸ ਹੀ ਪੈਂਦੀ ਹੈ, ਫੰਗਸ ਹੀ ਪੈਂਦੀ ਸੇਲਰ ਕਰਕੇ। ਕਿਉਂ ਜਦੋਂ ਮੀਂਹ ਪੈਂਦਾ ਨਾ, ਉਦੋਂ ਉਹਨਾਂ ਦਿਨਾਂ ਦੇ ਵਿੱਚ ਜਦੋਂ ਮੀਂਹ ਪੈ ਜਾਵੇ, ਉਹ ਜਿਹੜਾ ਪਾਣੀ ਹੁੰਦਾ ਉਹ ਡਰੇਨ ਹੋ ਕੇ ਤਾਂ ਤੁਹਾਡੇ ਉਹ ਮੁੱਢ ਨੂੰ ਆਉਂਦਾ, ਜਿੱਥੇ ਛਿਟੀਆਂ ਨਿਕਲਣੀਆਂ ਆ। ਜਦੋਂ ਉੱਥੇ ਪੈਂਦਾ ਤਾਂ ਉੱਥੇ ਨਾ ਉਹ ਬਿਮਾਰੀ ਇੱਕ ਪੈ ਜਾਂਦੀ, ਉਹਨਾਂ ਨੂੰ ਤੁਹਾਡੀ ਛਿਟੀ ਜਿਹੜੀ ਉਹ ਗਰੋ ਨਹੀਂ ਹੁੰਦੀ ਬਾਲੀ ਵੱਡੀ। ਅੱਛਾ, ਤੇ ਤੁਸੀਂ ਉਹਦੇ ਵਿੱਚ ਥੋੜੀ ਗਰੋਥ ਰੁਕ ਜਾਂਦੀ ਹੈ। ਹਾਂਜੀ, ਫਿਰ ਉਹਦੇ ਵਿੱਚ ਤੁਸੀਂ ਕਾਪਰ ਪਾ ਲੈਂਦੇ ਆ, ਉਹ ਦੂਜੀ ਦਵਾਈ ਆ, ਉਹਨੂੰ ਕਾਪਰ ਹੀ ਸਾਦੇ ਆ ਅਸੀਂ ਤਾਂ। ਤੇ ਉਹ ਪਾ ਕੇ ਥੋੜੀ ਜਿਹੀ, ਤਾਂ ਫਿਰ ਉਹਨੂੰ 2 ਵਾਰੀ ਸਪਰੇਆਂ, ਉਹ ਲਾਈਟ ਸਪਰੇ ਹੁੰਦੀ ਆ, ਪਰ ਉਹ ਆਪਣੀ ਪ੍ਰੋਟੈਕਸ਼ਨ ਵਾਸਤੇ, ਉਹਨਾਂ ਵਾਸਤੇ ਵਧੀਆ ਰਹਿੰਦੀ ਆ। ਠੀਕ ਹੈ। ਸੋ ਹੁਣ ਜਦੋਂ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਮਈ ਦੇ ਵਿੱਚ ਹੌਲੀ ਜਿਹੜਾ ਹੁਣ ਸਕੇਜੂਲ ਆ ਉਹ ਤੁਸੀਂ ਸੈੱਟ ਕਰ ਦੇਣਾ। ਇੱਕ ਓਵਰਆਲ ਬਰੀਫਲੀ ਜਿਹੜਾ ਦੱਸ ਦੋ, ਫਿਰ ਆਪਾਂ ਕੱਲੇ ਪਾਰਟ ਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਜਾਂਦੇ ਆ। ਹੁਣ ਜਦੋਂ ਇਹ ਗੁੱਛੇ ਲੱਗਣੇ ਆ, ਹੁਣ ਤੁਸੀਂ ਸਲਫਰ ਮਾਈਕਰੋ ਕੀਤੀ, ਫਿਰ ਹੁਣ ਸਲਫਰ ਜਿਹੜੀ ਫਿਰ ਸੁੱਕੀ ਵੀ ਛਿੜਕਾ ਕਰਨਾ ਹੁੰਦਾ ਹੈ ਬਾਅਦ ਦੇ ਵਿੱਚ? ਹਾਂਜੀ, ਹੁਣ ਏਦਾਂ ਵੀ ਇਹ ਤਾਂ ਮੌਸਮ ਦੇ ਹਿਸਾਬ ਨਾਲ ਆ। ਠੀਕ ਹੈ। ਜੇ ਤਾਂ 80 ਤੋਂ ਟੈਂਪਰੇਚਰ ਉੱਤੇ ਰਹਿੰਦਾ, ਫੇਰ ਤਾਂ ਡਸਟਿੰਗ ਸਲਫਰ ਬਹੁਤ ਵਧੀਆ ਕੰਮ ਕਰਦੀ ਹੈ। ਓਕੇ। ਤਾਂ ਜੇ ਨਹੀਂ ਆ, ਟੈਂਪਰੇਚਰ ਡਾਊਨ ਆ, ਜਿੱਦਾਂ ਅੱਜ ਕੱਲ ਹੁਣ ਠੰਡ ਚੱਲ ਰਹੀ ਹੈ, ਹੁਣ ਯਾਨੀ ਕਿ ਆ ਜਿਹੜਾ ਇਹ ਪੂਰਾ ਫੁੱਲ ਮਿਲਡੂ ਸੀਜ਼ਨ ਚੱਲ ਰਿਹਾ। ਓਕੇ। ਤੇ ਇਹਦੇ ਵਿੱਚ ਤੁਸੀਂ ਜਾਂ ਤਾਂ ਸਲਫਰ ਐਵਰੀ 7 ਡੇਜ਼ ਕਰੀ ਜਾਣੀ ਆ। ਅੱਛਾ, ਸਕਿਪ ਨਾ ਕਰੋ। ਤੇ ਜਾਂ ਫਿਰ ਤੁਸੀਂ ਉਹਦੇ ਵਿੱਚ ਮਾਈਕਰੋ ਸਲਫਰ ਕਰੋ, ਤੇ ਨਾਲ ਫੰਜਸਾਈਡ ਦਵਾਈ ਪਾ ਦਿਓ, ਤੇ ਉਹਦੇ ਨਾਲ ਤੁਹਾਡੇ 15 ਤੋਂ 18 ਦਿਨ ਨਿਕਲ ਜਾਂਦੇ ਆ। ਓਕੇ। ਪਰ ਹੁਣ ਜਿਹੜਾ ਸਕੇਜੂਲ ਆ, ਹੁਣ ਯਾਨੀ ਕਿ ਗੁੱਛੇ ਲੱਗ ਚੁੱਕੇ ਹੋ ਆ ਆਲਰੇਡੀ, ਬਲੂਮ ਦੇ ਟਾਈਮ ਤੇ ਆ। ਪਰ ਇਹਦਾ ਮਤਲਬ ਫਿਰ ਸੌਗੀ ਧਿਆਨ ਬਹੁਤ ਜ਼ਿਆਦਾ ਮੰਗਦੀ ਆ? ਸੌਗੀ ਧਿਆਨ ਮੰਗਦੀ ਆ ਅਪ੍ਰੈਲ ਦੇ ਐਂਡ ਤੋਂ ਲੈ ਕੇ ਜੂਨ ਦੀ 15 ਤਰੀਕ ਤੱਕ। ਅੱਛਾ, ਜਦੋਂ ਇੱਕ ਵਾਰੀ ਅੰਗੂਰ ਬਣ ਗਿਆ, ਜਦੋਂ ਹੁਣ ਅੰਗੂਰ ਬਣ ਜਾਣਾ ਨਾ, ਇਹ ਪੂਰਾ ਧਿਆਨ ਮੰਗਦਾ। ਘੱਟ ਤੋਂ ਘੱਟ ਵੀ ਮਈ ਲਾ ਲਓ 15 ਤੋਂ ਲੈ ਕੇ ਜੂਨ 15 ਤੱਕ ਤਾਂ ਪੂਰਾ ਧਿਆਨ ਰੱਖਣਾ ਪੈਂਦਾ। ਅੱਛਾ, ਪੂਰੇ ਕੈਲੀਫੋਰਨੀਆ ਚ ਇਦਾਂ ਹੈ ਜਾਂ ਜ਼ਿਆਦਾ ਹੈ? ਆਪਾਂ ਜਿਹੜਾ ਸੈਨ ਮਕੀਨ ਜਾਂ ਫ੍ਰੈਸਨੋ ਕਾਉਂਟੀ ਇਧਰਲੇ ਪਾਸੇ ਵੈਲੀ ਦੇ ਵਿੱਚ ਇਦਾਂ ਜ਼ਿਆਦਾ ਹੈ? ਨਹੀਂ, ਪੂਰੇ ਕੈਲੀਫੋਰਨੀਆ ਇੱਕੋ ਤਰ੍ਹਾਂ ਦੇ ਅੰਗੂਰ ਆ ਸਾਰੇ। ਠੀਕ, ਸਾਰੇ ਥਾਮਸਨ ਹੀ ਆ ਮੋਸਟਲੀ? ਸਾਰੇ ਥਾਮਸਨ ਵੀ ਆ, ਵੈਰਾਈਟੀਆਂ ਬਹੁਤ ਆ। ਹੁਣ 2-3 ਤੁਹਾਡੇ ਥਾਮਸਨ ਲੱਗੇ ਆ? ਹਾਂਜੀ, ਥਾਮਸਨ। ਕਿੰਨੇ ਸਾਲ ਪੁਰਾਣੇ ਹੋ? ਇਹ ਮੇਰਾ ਖਿਆਲ ਹੁਣ 107 ਸਾਲ ਪੁਰਾਣੇ। 107 ਸਾਲ ਪੁਰਾਣੇ? ਹਾਂਜੀ। ਇਹ ਨਵੇਂ ਵਾਂਗੂ ਹੀ ਆ? ਪੂਰੇ ਨਵੇਂ ਵਾਂਗੂ। ਐ ਵਧੀਆ ਹੈ, ਜਿੰਨਾ ਪੁਰਾਣਾ ਉਹਨਾਂ ਚੰਗਾ ਹੈ। ਇਹਦੇ ਵਿੱਚ ਹੀ ਹੈ ਕੁਝ? ਇਹਦੇ ਵਿੱਚ ਇਦਾਂ ਵੀ ਤੁਸੀਂ ਜਦੋਂ ਨਵਾਂ ਬੂਟਾ ਲਾਉਨੇ ਆ ਨਾ, ਤੇ ਉਹ ਜਿਹੜੀ ਤੁਸੀਂ ਸੌਗੀ ਬਣਾਉਣੀ ਆ ਉਹਨਾਂ ਦੀ, ਪਹਿਲੇ ਉਹ 6-7 ਸਾਲ ਸੌਗੀ ਨਹੀਂ ਬਣਾਉਂਦਾ। ਉਹ ਸ਼ੂਗਰ ਨਹੀਂ ਜਨਰੇਟ ਕਰਦਾ ਵਾਲੀ। ਅੱਛਾ ਜੀ। ਤੇ ਸ਼ੂਗਰ ਜਿਹੜੀ ਆ, ਜਿਹੜੇ ਪੁਰਾਣੇ ਬੂਟੇ ਜਿੰਨੇ ਮੈਚੁਰ ਬੂਟੇ ਆ, ਉਨੀ ਜਿਹੜੀ ਆ ਉਹ ਮੈਚੁਰਿਟੀ ਵਧੀਆ ਹੁੰਦੀ ਆ। ਉਹਦੀ ਮੈਚੁਰਿਟੀ ਵਧੀਆ ਹੋਣ ਦਾ ਤੁਹਾਡਾ ਜਿਹੜੀ ਕੁਆਲਿਟੀ ਉਹ ਵਧੀਆ ਹੁੰਦੀ ਹੈ। ਅੱਛਾ, ਹੁਣ ਜੇ 5-7 ਸਾਲ ਪਹਿਲੇ ਕਰਦਾ ਨਹੀਂ, ਤਾਂ ਫਿਰ ਉਸ ਟਾਈਮ ਦੇ ਉੱਤੇ ਕੀ ਰਿਟਰਨ ਮਿਲਦੀ? ਉਹ ਰਿਟਰਨ ਨਹੀਂ ਮਿਲਦੀ ਹੈਗੀ ਆ, ਪਰ ਆਪਾਂ ਕਈ ਇਦਾਂ ਕਰਦੇ ਆ ਵੀ ਤੁਸੀਂ ਜਿੱਦਾਂ ਸਾਰੇ ਇਕੱਠੇ ਨਹੀਂ ਲਾਉਂਦੇ ਨਵੇਂ, ਕਿਉਂਕਿ ਤੁਹਾਡੇ ਕੋਲ ਪੁਰਾਣੇ ਵੀ ਹੁੰਦੇ ਆ ਖੇਤ, ਤਾਂ ਨਵੇਂ ਵੀ ਹੁੰਦੇ ਆ। ਕੁਛ ਕੁ ਏਕੜ ਪੱਟ ਲੈ, ਕੁਛ ਕੁ ਲਾ ਲੈ। ਹਾਂਜੀ, ਕੁਛ ਕੁ ਲਾ ਲੈ, ਫਿਰ ਤੁਸੀਂ ਉਹ ਜਿਹੜੀ ਸੌਗੀ ਆ ਤੁਹਾਡਾ ਬਲੈਂਡ ਬਣ ਜਾਂਦਾ।
ਹਾਂ ਜਦੋਂ ਤੁਸੀਂ ਬਲੈਂਡ ਭੇਜਦੇ ਆ ਤਾਂ ਫਿਰ ਤੁਹਾਡੀ ਕੁਆਲਿਟੀ ਵਧੀਆ ਰਹਿੰਦੀ ਹੈ, ਠੀਕ, ਐਵਰੇਜ ਆ ਜਾਂਦੀ ਹੈ। ਐਵਰੇਜ ਵਧੀਆ ਆ ਜਾਂਦੀ ਹੈ। ਠੀਕ ਆ। ਪਰ ਜਿਹੜੀਆਂ ਨਵੀਆਂ ਵੈਰਾਈਟੀਆਂ ਆਈਆਂ ਉਹਨਾਂ ਦੀ ਕੁਆਲਿਟੀ ਸ਼ੁਰੂ ਤੋਂ ਹੀ ਨੰਬਰ 1 ਆ। ਥੌਮਸਨ ਦੀ ਜਿਹੜੀ ਆ ਉਹ ਥੋੜਾ ਟਾਈਮ ਲਾਉਂਦੀ ਆ। ਅੱਛਾ, ਹੁਣ ਨਵੀਂ ਵੈਰਾਈਟੀ ਕਿਹੜੀ ਜ਼ਿਆਦਾ ਚੱਲਦੀ ਹੈ? ਹੁਣ ਸੈਲਮਾ ਪੀਟ ਬਹੁਤ ਚੱਲਦੀ ਆ। ਅੱਛਾ ਜੀ। ਸੈਲਮਾ ਪੀਟ ਤੇ ਉਹ ਤੋਂ ਬਾਅਦ ਫੇਸਤਾ ਹੈਗੀ ਆ। ਡੀਓਵੀ ਵੀ ਪੁਰਾਣੀ ਆ, ਉਹ ਡੀਓਵੀ ਸਾਡੇ ਡਰਾਈਡ ਔਨ ਵਾਈਨ। ਤੇ ਸੈਲਮਾ ਪੀਟ ਵੀ ਜਿਹੜੀ ਆ ਉਹ ਉੱਪਰ ਹੀ ਤਾਰਾਂ ਕੱਟ ਕੇ ਉੱਤੇ ਹੀ ਸੌਗੀ ਬਣਾਉਂਦੇ ਆ। ਠੀਕ ਆ। ਤੁਹਾਡੀ ਸਾਰੀ ਜਿਹੜੀ ਇਰੀਗੇਸ਼ਨ ਆ ਉੱਥੇ ਫਲੱਡ ਆ ਕਿ ਪਾਈਪਾਂ ਨਾਲ? ਸਾਡੀ ਤਕਰੀਬਨ ਫਲੱਡ ਆ। ਸਾਰੀ ਫਲੱਡ ਆ। ਹਾਂਜੀ, ਸਾਰੀ ਫਲੱਡ। ਤੁਹਾਡੀ FID ਚ ਪੈਂਦੀ ਆ? ਹਾਂਜੀ, ਤੁਹਾਨੂੰ ਪਾਣੀ ਸੋਹਣਾ ਮਿਲ ਜਾਂਦਾ ਹੈ? ਪਾਣੀ ਹਾਂਜੀ ਅਪ੍ਰੈਲ ਦੇ ਪਹਿਲੇ ਹਫਤੇ ਆ ਗਿਆ ਸੀ। ਠੀਕ ਆ। ਤੇ 4 ਪਾਣੀ ਲੱਗਣੇ ਆ। ਹਾਂ ਅੰਗੂਰਾਂ ਨੂੰ ਸਿਰਫ 4 ਹੀ ਪਾਣੀ ਸਾਲ ਦੇ? ਹਾਂਜੀ, ਸੀਜ਼ਨ ਦੇ ਮਹੀਨੇ 'ਚ 1 ਪਾਣੀ। ਮਹੀਨੇ 'ਚ 1 ਪਾਣੀ ਕਦੀ ਨਹੀਂ ਲਾਇਆ ਦੂਜਾ, ਬਸ ਹੁਣ ਅਪ੍ਰੈਲ ਕਰਨਾ, ਪਰ ਫਲੱਡ ਹੀ ਆ। ਕਰਨਾ ਫਲੱਡ ਹੀ ਆ। ਖਿਲਾਰ ਦੇਣਾ। ਹਾਂਜੀ, ਪੂਰਾ ਪਾਣੀ ਬਥੇਰਾ ਨੱਕੋ ਨੱਕ ਕਰ ਦੇਣਾ। ਨੱਕੋ ਨੱਕ ਜੀ। ਹਾਂਜੀ, ਠੀਕ ਆ। ਫੁੱਟ ਖੜ ਜਾਂਦਾ ਪਾਣੀ ਆਰਾਮ ਨਾਲ 24 ਘੰਟੇ ਰੋ ਦੇ ਵਿੱਚ ਪਾਣੀ ਛੱਡਿਆ ਤਾਂ ਮੁੜ ਕੇ ਐਂਡ ਤੱਕ ਆ ਜਾਂਦਾ ਪਾਣੀ। ਤੇ ਪਰ ਇਹ ਆ ਵੀ ਤੁਹਾਡੇ ਤਾਂ ਹੈਗਾ, ਪਰ ਸਾਰੇ ਥਾਂ ਤੇ ਇਦਾਂ ਪਾਣੀ ਨਹੀਂ। ਉਹ ਫਿਰ ਕਿੱਦਾਂ ਕਰਦੇ ਆ? ਉਹ ਵੀ ਜ਼ਿਆਦਾ ਤਾਂ ਅੰਗੂਰਾਂ ਨੂੰ ਲੋਕ ਡ੍ਰਿਪ ਬਹੁਤ ਆ। ਠੀਕ ਆ। ਸਾਡੇ ਕਰਮਨ ਏਰੀਆ 'ਚ ਤਾਂ ਬਹੁਤ ਜਿਹੜੀ ਨਵੀਂ ਵੈਰਾਈਟੀ ਲੱਗ ਰਹੀ ਆ, ਉਹ ਤਾਂ ਹੁਣ ਸਾਰੇ ਡ੍ਰਿਪ ਲਾ ਰਹੇ ਆ। ਸਾਰੇ ਫਲੱਡ ਕੋਈ ਨਹੀਂ ਕਰਦਾ? ਹਾਂਜੀ, ਫਲੱਡ ਕੋਈ ਨਹੀਂ ਕਰਦਾ। ਉਹ ਕਿਉਂ, ਜਿਹੜੀ ਤੁਸੀਂ ਉਹਦੀ ਬੂਟੇ ਦੀ ਜੜ ਆ ਨਾ, ਤਾਂ ਫਿਰ ਜੇ ਤੁਸੀਂ ਹੁਣ ਡ੍ਰਿਪ ਕਰਨ ਲੱਗੇ ਆ ਤੇ ਉਹ ਉੱਥੇ ਹੀ ਬਣਨੀ ਆ। ਤੇ ਜਿਹੜਾ ਪੁਰਾਣੇ ਬੂਟੇ ਆ ਉਹਨਾਂ ਦੀ ਜੜ ਆਲਰੇਡੀ ਪਾਣੀ ਲੱਭ ਰਹੀ ਆ ਸਾਰੇ ਥਾਂ ਦੇ, ਉਹ ਥੱਲੇ ਜਾ ਚੁੱਕੀ ਆ। ਉਹ ਸੈਂਟਰ 'ਚੋਂ ਪਾਣੀ ਲੱਭ ਰਹੀ, ਮਿਡ ਕਿੱਥੋਂ ਪਾਣੀ ਮਿਲਣਾ। ਜੇ ਤੁਸੀਂ ਉਹਨਾਂ ਦਾ ਪਾਣੀ ਛੇਤੀ ਬੰਦ ਕਰ ਦਿੰਦੇ ਡ੍ਰਿਪ ਲਾ ਕੇ, ਤੇ ਉਹ ਇੱਕ ਵਾਰੀ ਤਾਂ ਉਹ ਬੂਟੇ ਜਿਹੜੇ ਸ਼ੌਕ ਹੋ ਜਾਂਦੇ ਆ, ਤਾਂ ਫਿਰ ਉਹ ਕ੍ਰੌਪ ਤੁਹਾਡਾ ਘਟ ਜਾਂਦਾ। ਅੱਛਾ। ਤੇ ਜਦੋਂ ਵੀ ਆਪਾਂ ਪੁਰਾਣੇ ਬੂਟਿਆਂ ਨੂੰ ਡ੍ਰਿਪ ਲਾਉਨੇ ਆ, ਤੇ ਉਹ ਮੈਂ ਤਾਂ ਇਹ ਚਾਹੁੰਦਾ ਵੀ ਉਹਨਾਂ ਨੂੰ ਹਰੇਕ ਸਾਲ 2 ਵਾਰੀ ਤਾਂ ਘੱਟ ਤੋਂ ਘੱਟ ਫਲੱਡ ਕੀਤਾ ਜਾਵੇ। ਠੀਕ ਆ। ਨਹੀਂ ਤਾਂ ਉਹ ਪਾਣੀ ਪਰ ਜਿੱਥੇ ਅਵੇਲੇਬਲ ਨਹੀਂ, ਫਿਰ ਉਹਨਾਂ ਲਈ ਤਾਂ ਔਖਾ। ਉਹਨਾਂ ਲਈ ਔਖਾ। ਹਾਂਜੀ, ਜਿੱਥੇ ਸੈਂਡੀ ਗਰਾਊਂਡ ਆ ਉੱਥੇ ਔਖਾ, ਪਰ ਉੱਥੇ ਜੇ ਤੁਹਾਡੇ ਕੋਲ ਵਧੀਆ ਡ੍ਰਿਪ ਆ ਤੇ ਉੱਥੇ ਉਹ ਡ੍ਰਿਪ ਨਾਲ ਵੀ ਪੂਰੇ ਕਾਮਯਾਬ ਆ। ਠੀਕ ਆ। ਪਰ ਉਹ ਫਿਰ ਵੱਟ ਤੇ ਹੀ ਲਾਉਂਦੇ ਹੋਣੇ ਡ੍ਰਿਪ? ਹਾਂਜੀ, ਉਹ ਵੱਟ ਤੇ। ਹਾਂਜੀ, ਫਿਰ ਉਹਦੀ ਜੜ ਫਿਰ ਜ਼ਿਆਦਾ ਡੂੰਗੀ ਨਹੀਂ ਜਾਊਗੀ? ਹਾਂਜੀ, ਉਹਦੀ ਜੜ ਇਦਾਂ ਨਾ ਬਾਹਰ ਨੂੰ ਸਪਰੈਡ ਨਹੀਂ ਹੋਣੀ। ਉਹ ਜਿੱਥੇ ਪਾਣੀ ਸੌਖਾ ਮਿਲ ਗਿਆ ਉਹਨੇ ਫਿਰ ਉੱਥੇ ਹੀ ਥੱਲੇ ਨੂੰ ਜਾਈ ਜਾਣਾ। ਠੀਕ ਆ। ਠੀਕ ਆ। ਅੱਛਾ, ਹੁਣ ਇਸ ਤੋਂ ਬਾਅਦ ਦੇ ਵਿੱਚ ਹੁਣ ਜਦੋਂ ਸਲਫਰ ਵਗੈਰਾ ਪਾੜੀ ਹੁਣ ਪਾਣੀ ਪੂਣੀ ਲੱਗ ਗਿਆ, ਇਸ ਤੋਂ ਨੈਕਸਟ ਸਟੈਪ ਕੀ ਹੁੰਦਾ ਫਿਰ ਸੌਗੀ ਦੀ ਜਿਹੜੀ ਲਾਈਫ ਦੇ ਵਿੱਚ? ਹੁਣ ਦੇਖੋ ਜੀ, ਹੁਣ ਪਹਿਲਾ ਸਟੈਪ ਤਾਂ ਇਹੋ ਹੀ ਆ ਵੀ ਇਹਨਾਂ ਨੂੰ ਪ੍ਰੋਟੈਕਟ ਕਿੱਦਾਂ ਕਰਨਾ। ਹਾਂਜੀ, ਪੂਰਾ ਜੂਨ ਤੁਸੀਂ ਕਿਹਾ ਵੀ 15 ਤੱਕ ਪੂਰਾ ਹੁਣ ਪ੍ਰੋਟੈਕਟ ਕਰਨਾ। ਹਾਂਜੀ, ਕਿਉਂ ਜਦੋਂ ਤੁਸੀਂ ਜੂਨ 'ਚ ਸਪਰੇਅ ਕਰਦੇ ਆ ਜੀ, ਕਾਦੀ ਸਪਰੇਅ ਹੁੰਦੀ ਉਹ ਇਹੋ ਹੀ ਹੁੰਦੀ, ਫੰਜੀਸਾਈਡ ਹੁੰਦੀ ਆ। ਫਿਰ ਉਹ ਤਾਂ ਕਰੀਦੀ ਆ ਬਈ ਜੁਲਾਈ ਦੇ ਪਹਿਲੇ ਹਫਤੇ ਨਾ, ਜਦੋਂ ਸਮਝ ਲਓ ਵੀ ਗ੍ਰੇਪ ਅੰਗੂਰ ਜਿਹੜਾ ਸੌਫਟ ਹੋ ਜਾਵੇ, ਨਰਮ ਹੋ ਜਾਣ, ਬੈਰੀਆਂ ਲੱਭ ਲੈਂਦੇ ਆ ਬੰਦੇ ਗੁੱਛਿਆਂ 'ਚੋਂ, ਬਈ ਸੌਫਟ, ਫੇ ਇਹਨੂੰ ਮਿਲਡੂ ਨਹੀਂ ਪੈਂਦਾ ਜਦੋਂ ਇੱਕ ਵਾਰੀ ਸੌਫਟ ਹੋ ਜਾਵੇ। ਹਾਂਜੀ, ਜਿੰਨਾ ਚਿਰ ਅੰਗੂਰ ਨੇ ਪੂਰਾ ਹਾਰਡ ਰਹਿਣਾ, ਗੁੱਛੇ ਨੇ ਪੂਰਾ ਕਰੜਾ, ਜੇ ਉਹਨੂੰ ਸਾਈਜ਼ ਇਹਦਾ ਇਹ ਜੂਨ ਤੱਕ ਬਣ ਜਾਣਾ ਸਾਈਜ਼। ਹਾਂਜੀ, ਸਾਈਜ਼। ਅੱਛਾ, ਇਹ ਬਸ ਆ ਮਹੀਨੇ ਡੇਢ ਦੇ ਵਿੱਚ ਸਾਈਜ਼ ਬਣ ਜਾਣਾ। ਮਿਲਡੂ ਤੋਂ ਬਚਾਉਣਾ ਹੀ ਤਾਂ ਆ ਸਾਈਜ਼ ਬਣਾਉਣ ਵਾਸਤੇ। ਜੇ ਮਿਲਡੂ ਅਰਲੀ ਪੈ ਜਾਵੇ, ਅਰਲੀ ਸਟੇਜ ਦੇ ਵਿੱਚ, ਫੇ ਇਹ ਬੈਰੀ ਜਿਹੜੀ ਆ ਬਹੁਤ ਬਰੀਕ ਰਹਿ ਜਾਂਦੀ ਆ, ਫਿਰ ਗਰੋ ਨਹੀਂ ਹੁੰਦੀ ਫਿਰ। ਅੱਛਾ, ਸਾਈਜ਼ ਨਹੀਂ ਬਣਦਾ? ਹਾਂਜੀ, ਸਾਈਜ਼ ਨਹੀਂ ਬਣਦਾ ਇਹਨੂੰ। ਬਸ ਇਸੇ ਕਰਕੇ ਆ ਜਿਹੜੇ ਕ੍ਰਿਟੀਕਲ ਮਹੀਨੇ ਆ, ਮਈ ਤੇ ਐਂਡ ਜੂਨ ਦੇ ਮਿਡ ਤੱਕ। ਤੇ ਜਦੋਂ ਸਾਈਜ਼ ਬਣ ਗਿਆ ਤਾਂ ਫਿਰ ਜਦੋਂ ਸ਼ੂਗਰ ਮਾੜੀ ਜੀ ਪੈ ਗਈ ਇਹਦੇ ਵਿੱਚ, ਨਰਮ ਹੋ ਗਿਆ, ਜਦੋਂ ਨਰਮ ਹੋ ਜਾਂਦਾ ਫਿਰ ਉਸ ਤੋਂ ਬਾਅਦ ਇਹਨੂੰ ਕੋਈ ਬਿਮਾਰੀ ਨਹੀਂ ਪੈਂਦੀ, ਫਿਰ ਬਚਾ ਹੀ ਆ। ਹਾਂਜੀ। ਉਸ ਤੋਂ ਬਾਅਦ ਫਿਰ ਪਾਣੀ ਤੇ ਖਾਦ ਪਾਣੀ ਵੀ ਘਟ ਜਾਂਦਾ। ਉਸ ਤੋਂ ਬਾਅਦ ਇੱਕ ਪਾਣੀ ਲੱਗਣਾ। ਅੱਛਾ, ਉਹ ਪਾਣੀ ਵੀ ਉਦੋਂ ਦੇਖ ਕੇ ਲਾਉਣਾ ਪੈਂਦਾ, ਕਿਉਂ ਜਦੋਂ ਗੁੱਛੇ ਚੰਗੇ ਭਾਰੇ ਹੋ ਜਾਂਦੇ ਆ, ਤੇ ਉਹਨਾਂ ਦੇ ਵਿੱਚ ਨਾ ਜੇ ਤੁਸੀਂ ਜ਼ਿਆਦਾ ਪਾਣੀ ਵੀ ਲਾਉਨੇ ਆ, ਤਾਂ ਉਹਨਾਂ ਦੇ ਵਿਚਲੇ ਪਾਸਿਓਂ ਅੰਗੂਰ ਜਿਹੜੇ ਉਹਨੂੰ ਸਾਡੇ ਬੰਚ ਰਾਟ ਕਹਿੰਦੇ ਆ, ਖਰਾਬ ਹੋਣ ਲੱਗ ਜਾਂਦੇ, ਫਿਰ ਗਲਣੇ ਸ਼ੁਰੂ ਹੋ ਜਾਂਦੇ ਆ। ਭਾਰ ਜ਼ਿਆਦਾ ਹੋ ਗਿਆ ਉਹਨਾਂ ਦਾ। ਹਾਂਜੀ, ਉਹਨਾਂ ਦੇ ਵਿੱਚ ਨਾ ਉਹ ਥਾਂ ਨਹੀਂ ਹੁੰਦਾ, ਉਹਨਾਂ ਨੂੰ ਨਮੀ ਆ ਜਾਂਦੀ ਹੈ। ਹਾਂਜੀ, ਉਹਨਾਂ ਨੂੰ ਥਾਂ ਨਹੀਂ ਹੁੰਦਾ ਹੋਰ ਐਕਸਪੈਂਡ ਕਰਨ ਵਾਸਤੇ। ਪਰ ਇਸੇ ਕਰਕੇ ਜਿਹੜਾ ਹੁਣ ਸਿਸਟਮ ਚੱਲ ਰਿਹਾ, ਅਗਲੀ ਵੀਕੇ ਬਲੂਮ ਹੋਣਾ, ਤੇ ਆਪਾਂ ਉਹ ਇਹਨਾਂ ਨੂੰ ਪਹਿਲਾਂ ਸਟ੍ਰੈਚ ਕਰਦੇ ਆ ਗੁੱਛਿਆਂ ਨੂੰ। ਇਹ ਹੱਥੀਂ ਕਰਨਾ ਪੈਂਦਾ? ਨਹੀਂ, ਦਵਾਈਆਂ ਨਾਲ। ਅੱਛਾ। ਤੇ ਹੁਣ ਬਲੂਮ ਟਾਈਮ ਤੇ ਇਹਨੂੰ ਥਿਨ ਕਰਨਾ। ਅੱਛਾ। ਉਹਦੇ ਵਿੱਚੋਂ ਜਦੋਂ ਫੁੱਲ ਬਲੂਮ ਹੋ ਗਿਆ 100%, ਤੇ ਉਦੋਂ ਫਿਰ ਬਲੂਮ ਤੋਂ ਭਾਵ ਤੁਹਾਡਾ ਵੀ ਜਦੋਂ ਪੂਰਾ ਸਾਈਜ਼ ਪੂਰਾ ਬੂਰ ਪੈ ਗਿਆ, ਜਦੋਂ ਬੂਰ ਪੈ ਗਿਆ 100%, ਉਦੋਂ ਫਿਰ ਇਹਨਾਂ ਨੂੰ ਨਾ ਇੱਕ ਦਵਾਈ ਮਿਲ ਜਾਂਦੀ ਹੈ, ਜਿਬਰਾਲ ਸਾਦੇ ਉਹਨੂੰ। ਅੱਛਾ। ਤੇ ਉਹ ਫਿਰ ਤੁਹਾਡਾ PCA ਜਿਹੜਾ ਉਹ ਰეკਮੈਂਡ ਕਰਦਾ ਵੀ ਕਿੰਨੇ ਔਂਸ ਤੁਸੀਂ ਪਾਉਣੀ ਆ, ਵੀ ਕਿੰਨਾ ਅੱਗ ਤੁਸੀਂ ਝਾੜਦੇ ਆ ਵਿੱਚੋਂ। ਤੇ ਤੁਸੀਂ ਉਹਨੂੰ ਤਾਂ ਝਾੜਦੇ ਆ ਵੀ ਉਹ ਗੁੱਛਾ ਜਿੱਦਾਂ ਵੱਡਾ ਹੋਣਾ ਵੀ ਉਹ ਟਾਈਟ ਨਾ ਹੋਵੇ, ਤੇ ਉਹਦੇ ਵਿੱਚ ਹਵਾ ਫਿਰਦੀ ਰਹੇ। ਹਾਂ, ਹਵਾ ਫਿਰਦੀ ਰਹੇ। ਜੇ ਉਹ ਫੇ ਹਵਾ ਨਾ ਫਿਰਦੀ ਰਹੇ, ਗੁੱਛਾ ਜ਼ਿਆਦਾ ਟਾਈਟ ਹੋ ਜਾਵੇ, ਉਧਰੋਂ ਤੁਸੀਂ ਪਾਣੀ ਜ਼ਿਆਦਾ ਲਾ ਦਿਓ,
ਹੂੰ ਤੇ ਫਿਰ ਉਹ ਵਿੱਚੋਂ ਗਲਣਾ ਸ਼ੁਰੂ ਹੋ ਜਾਂਦਾ। ਖੰਡ ਉਹਨੇ ਭਰੀ ਜਾਣੀ ਉਹ ਚ ਤੇ ਉਦੋਂ ਗਲ ਹਾਂ, ਜਾਣਾ ਜਿੱਦਾਂ ਜਿੱਦਾਂ ਉਹਨੂੰ ਟਾਈਟ ਹੋਈ ਜਾਣਾ, ਹੂੰ ਜਿਹੜੇ ਗੱਭੇ ਅੰਗੂਰ ਆ ਉਹ ਗਲੀ ਜਾਣੇ ਆ, ਗਲੀ ਜਾਣੇ ਆ ਤਾਂ ਫਿਰ ਤੁਹਾਨੂੰ ਪ੍ਰੋਬਲਮ ਪੈਂਦੀ ਜਦੋਂ ਤੁਹਾਡੀ ਸੌਗੀ ਬਣਦੀ ਹੈ। ਜਦੋਂ ਝਾੜ ਕਰਨਾ ਆ ਫਿਰ ਉਸ ਹਾਂਜੀ ਤੋਂ ਹਾਂਜੀ ਬਾਅਦ ਚ ਫਿਰ ਪ੍ਰੋਬਲਮ ਹਾਂਜੀ। ਆਉਣੀ ਆ। ਠੀਕ ਆ ਤੇ ਅੱਛਾ ਇਹ ਆਪਾਂ ਜੁਲਾਈ ਤੱਕ ਜਿਹੜਾ ਉਹ ਪਹੁੰਚ ਗਏ ਆ, ਇਸ ਤੋਂ ਫਿਰ ਅੱਗੇ ਕੀ ਸਟੈਪ ਹੁੰਦਾ ਇਹਨਾਂ ਹੁਣ ਦਾ? ਬਸ ਜਦੋਂ ਜੁਲਾਈ ਚ ਫਿਰ ਮਈ ਜੂਨ ਜੁਲਾਈ ਦੇ ਵਿੱਚ ਇਹਨੂੰ ਫਿਰ ਬਸ ਪਾਣੀ ਲੱਗਣਾ ਇੱਕ, ਠੀਕ ਆ ਤਾਂ ਜਾਂ ਤੁਸੀਂ ਵਾਚ ਕਰਦੇ ਆ ਵੀ ਤੁਹਾਡੇ ਮਾਈਟ ਵਗੈਰਾ ਤਾਂ ਨਹੀਂ ਪੈਂਦਾ ਖੇਤ ਚ, ਉਹ ਸੈਂਡ ਮਾਈਟ ਡਸਟ ਨਹੀਂ ਮਾਈਟ ਉੱਤੇ ਡਸਟ ਮਾਈਟ, ਡਸਟ ਮਾਈਟ ਠੀਕ ਉਹਦਾ ਆ। ਫਿਰ ਖਿਆਲ ਰੱਖਣਾ ਹੁੰਦਾ ਬਸ ਵੀ ਉਹਦੇ ਲਈ ਵੀ ਫਿਰ ਉਹਦੇ ਲਈ ਵੀ ਪੈਸਟੀਸਾਈਡ ਹੁੰਦਾ ਹਾਂਜੀ ਹੈ? ਪੈਸਟੀਸਾਈਡ ਹੁੰਦੀ ਆ ਉਹਦੇ ਵਾਸਤੇ ਵੀ। ਠੀਕ ਆ ਵਿੱਚ ਕਈ ਤਾਂ ਪਹਿਲਾਂ ਕਰ ਲੈਂਦੇ ਆ, ਹੂੰ ਕਈ ਸਵੇ ਵੇਟ ਕਰ ਲੈਂਦੇ ਆ ਵੀ ਪੈਸੇ ਦਾ ਵੀ ਦੇਖਣਾ, ਖਰਚਾ ਕਿੰਨਾ ਕੁ ਕਰਨਾ, ਹੂੰ ਵੀ ਜੇ ਪੈਣ ਲੱਗੂਗਾ ਤਾਂ ਫੇਰ ਸਪਰੇਅ ਕਰਾਂਗੇ। ਹੂੰ ਜੁਲਾਈ ਚ ਜ਼ਿਆਦਾ ਇਹੋ ਹੀ ਹੁੰਦਾ ਵੀ ਤੁਸੀਂ ਇਹਨਾਂ ਨੂੰ ਖਿਆਲ ਰੱਖੋ ਪੂਰਾ। ਹੂੰ ਪਾਣੀ ਜੇ ਤੁਸੀਂ ਹੁਣ ਆਪਾਂ ਗੱਲ ਕਰਦੇ ਸੀ ਪਾਣੀ ਦੀ ਵੀ ਬਹੁਤ ਜ਼ਿਆਦਾ ਲਾਈਦਾ, ਪਰ ਜੁਲਾਈ ਮਹੀਨੇ ਚ ਇੰਨਾ ਪਾਣੀ ਖੜਾ ਨਹੀਂ ਕਰੀਦਾ, ਅੱਛਾ ਜੀ ਉਹ ਫੇਰ ਕਿਉਂ ਜ਼ਿਆਦਾ ਹੀ ਹਿਊਮਿਡਿਟੀ ਹੋ ਜਾਂਦੀ ਵਿੱਚ। ਫਿਰ ਮੋਇਸਚਰ ਆ ਜਾਂਦਾ ਹਾਂਜੀ ਮੋਇਸਚਰ ਆ ਗਈ ਵਿੱਚ, ਫਿਰ ਗੁੱਛਿਆਂ ਦੇ ਵਿੱਚੋਂ ਉਹ ਲੀਕੇਜ ਸ਼ੁਰੂ ਹੋ ਜਾਂਦੀ ਆ। ਤੇ ਫਿਰ ਉਦੋਂ ਪਾਣੀ ਕਿੱਦਾਂ ਮਤਲਬ ਚੱਲਦਾ ਜਾਂ ਪਾਣੀ ਰੱਖਣਾ ਪਾਣੀ ਥੋੜਾ? ਜਿੱਦਾਂ ਹਾਂ ਚੱਲਦਾ ਜਾ, ਜਿੱਦਾਂ ਵੀ ਹੁਣ ਆਪਾਂ 24 ਘੰਟੇ ਲਾਉਨੇ ਆ ਰੋਜ਼ ਨੂੰ, ਤਾਂ ਆਪਾਂ 12 ਘੰਟਿਆਂ ਚ ਮਤਲਬ ਇੱਕ ਦੀ ਸਾਰੀ ਜ਼ਮੀਨ ਗਿੱਲੀ ਕਰ ਦੇਣੀ ਹੈ? ਬਸ ਇੰਨਾ ਕੀ ਰੱਖਣਾ। ਖਿਲਾਰਨਾ ਜੁਲਾਈ ਦੇ ਵਿੱਚ ਪਾਣੀ ਖੜਾ ਨਹੀਂ ਕਰ ਦੇਣਾ ਵਾਲਾ, ਜਿੱਥੇ ਪਾਣੀ ਜ਼ਿਆਦਾ ਖੜੂਗਾ ਉੱਥੇ ਫਿਰ ਹਿਊਮਿਡਿਟੀ ਨਾਲ ਉਹ ਗੁੱਛੇ ਜਿਹੜੇ ਤੁਹਾਡੇ ਮਿਲਡਿਊ ਦਾ ਜਿਹੜਾ ਜਾਂ ਫੰਗਸ ਦਾ ਮਿਲਡੂ ਤਾਂ ਤਕਰੀਬਨ ਖਤਮ ਹੋ ਜਾਂਦਾ, ਯਾਨੀ ਕਿ ਉਹ ਗਲਣੇ ਸ਼ੁਰੂ ਹੋ ਗਲਣੇ ਸ਼ੁਰੂ ਹੋ ਜਾਂਦੇ ਆ। ਠੀਕ ਆ ਸੋ ਇਸ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਹੁਣ ਝਾੜ ਦੇ ਲਾਗੇ ਪਹੁੰਚ ਗਏ ਆ? ਨਹੀਂ ਹਜੇ ਤੱਕ ਹੈਗਾ ਜੁਲਾਈ ਸਾਰਾ ਹੀ ਤੁਸੀਂ ਵਾਚ ਹੀ ਕਰਨਾ ਵੀ ਕੀ ਹੋ ਰਿਹਾ। ਵਾਚ ਤਾਂ ਚਲੋ ਕਰਦੇ ਹੀ ਰਹਿਣਾ ਪੈਂਦਾ ਸਾਰਾ। ਹਾਂਜੀ ਤਾਂ ਫਿਰ ਯਾਨੀ ਕਿ ਜੁਲਾਈ ਦੇ ਐਂਡ ਚ ਬੰਦੇ ਨੂੰ ਐ ਹੁੰਦਾ ਵੀ ਹੁਣ ਮਾਈਟ ਦਾ ਸੀਜ਼ਨ ਵੀ ਲੰਘ ਜਾਣਾ, ਕਿਉਂ ਥੋੜੀ ਜਿਹੀ ਨਾ ਨਮੀ ਆ ਜਾਂਦੀ ਆ, ਮੋਇਸਚਰ ਆ ਜਾਂਦੀ ਹੈ, ਸਵੇਰ ਨੂੰ ਤੇਲ ਪੈ ਜਾਣੀ ਕਿਤੇ ਕਿਤੇ ਅਗਸਤ ਮਹੀਨੇ ਚ, ਉਹਦੇ ਨਾਲ ਫਿਰ ਜਿਹੜਾ ਮਾਈਟ ਡਸਟ ਮਾਈਟ ਉਹ ਪੈਂਦਾ ਨਹੀਂ। ਅੱਛਾ ਤਾਂ ਫਿਰ ਖੁਸ਼ਕੀ ਪੈਂਦਾ? ਹਾਂਜੀ ਜਿਹੜੇ ਪੂਰੀ ਖੁਸ਼ਕੀ ਹੁੰਦੀ ਆ, ਜਾਂ ਤੁਹਾਡੇ ਆਲੇ ਦੁਆਲੇ ਜ਼ਿਆਦਾ ਸੜਕ ਵਗਦੀ ਆ, ਘੱਟਾ ਬਹੁਤ ਉੱਡਦਾ ਆ, ਤੇ ਉਹਦੇ ਨਾਲ ਵੀ ਬਹੁਤ ਪੈਂਦਾ। ਉਹਦੇ ਨਾਲ ਬਹੁਤ ਉੱਡਦਾ ਆ, ਪੈਂਦਾ ਆ। ਅੱਛਾ ਫਿਰ ਉਹਦਾ ਉਸੇ ਚੀਜ਼ ਦਾ ਜਿਹੜਾ ਧਿਆਨ ਰੱਖਣਾ, ਪੂਰਾ ਧਿਆਨ ਰੱਖਣਾ ਉਹਦਾ। ਫਿਰ ਜਦੋਂ ਅਗਸਤ ਮਹੀਨਾ ਆ ਜਾਂਦਾ ਫਿਰ ਜੱਟ ਨੂੰ ਐ ਹੋ ਜਾਂਦਾ ਵੀ ਹੁਣ ਇਹਨੂੰ ਨਹੀਂ। ਅੱਛਾ ਜੇ ਮੰਨ ਲਓ ਰੱਬ ਨਾ ਕਰੇ ਕਿਸੇ ਦੇ ਮਾਈਟ ਪੈਂਦਾ ਤੇ ਫਿਰ ਉਹਦਾ ਪੈਸਟੀਸਾਈਡ ਹੀ ਇਲਾਜ? ਹਾਂਜੀ ਪੈਸਟੀਸਾਈਡ ਆ, ਉਹਦਾ ਪੈਸਟੀਸਾਈਡ ਵੀ ਹੈਗਾ, ਹੋਰ ਵੀ ਹੈਗੇ ਆ, ਜਿੱਦਾਂ ਸਾਬਣ ਵਗੈਰਾ, ਸੋਪ ਜਿਹੜਾ ਆਪਾਂ ਘਰੇ ਵੀ ਸਬਜ਼ੀਆਂ ਨੂੰ ਵਰਤਦੇ ਆ, ਤੇ ਉਹ ਵੀ ਸਪਰੇਅ ਕਰ ਸਕਦੇ ਆ ਤੁਸੀਂ। ਜਿਹੜਾ ਡੌਨ ਵਾਲਾ ਵਗੈਰਾ ਜਿੱਦਾਂ ਦਾ ਹੁੰਦਾ ਆ, ਜਿੱਦਾਂ ਤੁਸੀਂ ਡਰਾਈ ਮਿਲ ਜਾਂਦਾ ਪਾਊਡਰ ਵਾਲਾ, ਅੱਛਾ ਉਹ ਕਰ ਸਕਦੇ ਆ, ਪਰ ਉਹ ਦਿਨੇ ਨਹੀਂ ਕਰ ਸਕਦੇ ਤੁਸੀਂ, ਉਹ ਰਾਤ ਨੂੰ ਆ। ਉਹ ਪਤਾ ਦਿਨੇ ਫਿਰ ਧੁੱਪ ਬਹੁਤ ਹੁੰਦੀ, ਉਹ ਸਟਿਕ ਨਹੀਂ ਹੁੰਦਾ। ਅੱਛਾ ਪੱਤਿਆਂ ਨਾਲ, ਜੇ ਤੁਹਾਡੇ ਸਟਿਕ ਨਹੀਂ ਹੁੰਦਾ ਪੱਤਿਆਂ ਨਾਲ, ਤਾਂ ਫਿਰ ਉਹ ਜਿਹੜਾ ਮਾਈਟ ਆ ਉਹ ਮਰਦਾ ਨਹੀਂ। ਮਾਈਟ ਗੁੱਛੇ ਤੇ ਪੈਂਦਾ ਹੈ ਕਿ ਪੱਤਿਆਂ ਨੂੰ ਪੈਂਦਾ? ਪੱਤੇ ਤੇ ਪੈਂਦਾ ਹੈ। ਪੱਤੇ ਦੇ ਥੱਲੜੇ ਸਾਈਡ ਤੇ ਪੈਣਾ, ਤੇ ਪੱਤੇ ਸੜਨੇ ਉੱਪਰਲੇ ਸੜਨੇ ਸ਼ੁਰੂ ਹੋ ਜਾਣੇ ਆ। ਠੀਕ ਆ। ਤੇ ਉਹ ਫਿਰ ਜਿਹੜੇ ਤੁਸੀਂ ਰਾਤ ਨੂੰ ਸਪਰੇਅ ਕਰਦੇ ਆ ਉਹਦੀ, ਤੇ ਉਹ ਫਿਰ ਰਾਤ ਨੂੰ ਜਿਹੜੇ ਸਪਰੇਅ ਕਰਦੇ ਆ, ਫਿਰ ਰਾਤ ਨੂੰ ਨਮੀ ਹੁੰਦੀ ਆ ਉੱਤੇ, ਵਿੱਚ ਨਾਲ ਕੋਈ ਸਟਿਕਿੰਗ ਏਜੰਟ ਨਹੀਂ ਕੁਝ ਨਹੀਂ ਪਾਉਣਾ ਉਹਦੇ ਵਿੱਚ। ਅੱਛਾ ਕੋਈ ਸਟਿਕਿੰਗ ਏਜੰਟ ਨਹੀਂ? ਠੀਕ। ਜੇ ਤੁਸੀਂ ਕਰਨੀ ਹੈਗੀ ਆ ਦਵਾਈ ਕਰਨੀ ਆ ਫੰਜਸਾਈਡ ਲਾ ਕੇ, ਉਹਦੇ ਵਿੱਚ ਸਟਿਕਿੰਗ ਏਜੰਟ ਪਾਉਣਾ ਹੈ। ਠੀਕ ਆ। ਹਾਂਜੀ ਇਹਦੇ ਵਿੱਚ ਨਹੀਂ ਪਾਉਣਾ, ਇਹ ਥੋੜਾ ਜਿਹਾ ਸਸਤਾ ਪੈ ਜਾਂਦਾ, ਤਾਂ ਪਰ ਇਹਦੀ ਕੋਈ ਗੱਲ ਆ ਵੀ ਰਾਤ ਨੂੰ ਕਰਨਾ, ਦਿਨੇ ਕੀਤਾ ਇਹ ਕੋਈ ਅਸਰ ਨਹੀਂ ਕਰਦਾ। ਅਸਰ ਨਹੀਂ, ਵੇਸਟੇਜ ਆ, ਮਤਲਬ ਡਾਲਰ ਹਵਾ 'ਚ ਡਾਉਣ ਵਾਲੀ ਗੱਲ ਆ। ਹਾਂਜੀ ਇਹੋ ਅੰਗੂਰਾਂ ਨੂੰ ਕਰ ਸਕਦੇ ਆ, ਹੋਰ ਕਿਸੇ ਫਸਲ ਨੂੰ ਨਹੀਂ ਕਰ ਸਕਦੇ। ਸਿਰਫ ਇਹਦੇ ਲਈ ਆ, ਸਿਰਫ ਅੰਗੂਰਾਂ ਲਈ ਆ। ਠੀਕ ਆ। ਤੇ ਇਸ ਤੋਂ ਬਾਅਦ ਅਗਸਤ ਤੋਂ ਬਾਅਦ ਫਿਰ ਅਗਸਤ ਦੇ ਵਿੱਚ ਫਿਰ ਖੇਤਾਂ ਨੂੰ ਵਾਹ ਬੂ ਕੇ ਤਿਆਰ ਕਰ ਦੇਣਾ ਜੀ ਬਸ। ਠੀਕ ਆ। ਅਗਸਤ ਦੇ ਐਂਡ ਜਿਹੜੀਆਂ ਵੈਰਾਈਟੀਆਂ ਹੈਗੀਆਂ, ਸਲਮਾ ਪੀਟ ਆ, ਜਿਹੜੀ ਫੇਸਤਾ ਆ, ਇਹ ਤਾਂ ਤਕਰੀਬਨ ਜਿਹੜੀ ਸਲਮਾ ਪੀਟ ਆ ਇਹ ਤਾਂ ਅਗਸਤ ਦੇ ਪਹਿਲੇ ਮਹੀਨੇ ਤਿਆਰ ਹੋ ਜਾਂਦੀ ਆ, ਪਹਿਲੇ ਹਫਤੇ। ਇਹਦੀਆਂ ਛਿਟੀਆਂ ਕੱਟਣੀਆਂ ਸ਼ੁਰੂ ਕਰ ਦਿੰਦੇ ਆ, ਕਿਉਂਕਿ ਉਹਦੀ ਸੌਗੀ ਉੱਪਰ ਹੀ ਬਣਾਉਂਦੇ ਜ਼ਿਆਦਾ ਲੋਕ। ਅੱਛਾ ਉੱਤੇ ਲੱਗੇ ਹੋਏ ਆ ਤਾਰਾਂ ਦੇ ਉੱਪਰ, ਤੇ ਉੱਪਰ ਹੀ ਛਿਟੀਆਂ ਕੱਟ ਦੇਣੀਆਂ, ਉੱਤੇ ਹੀ ਸੌਗੀ। ਅੱਛਾ ਪ੍ਰੂਨਿੰਗ ਪਹਿਲਾਂ ਹੀ ਕਰ ਲੈਣੀ ਆ? ਨਹੀਂ ਪ੍ਰੂਨਿੰਗ ਨਹੀਂ ਕਰਨੀ, ਸਿਰਫ ਜਿਹੜੀ ਛਿਟੀ ਨੂੰ ਫਰੂਟ ਲੱਗਾ ਆ ਉਹ ਕੱਟ ਦੇਣੀ ਆ। ਅੱਛਾ ਥੱਲੇ ਵਿਛਾ ਲੈਣੀ ਆ? ਨਹੀਂ ਉੱਪਰ ਕੱਟ ਕੇ ਉੱਤੇ ਟੰਗੀ ਰਹਿਣੀ ਉਹ। ਅੱਛਾ ਤੇ ਉਹ ਫਿਰ ਜਿਉਂ ਛਿਟੀ ਸੁੱਕੀ ਜਾਣੀ ਆ ਪਹਿਲਾਂ, ਫਿਰ ਉਹਦਾ ਜਿਹੜਾ ਸਟੇਮ ਆ ਉਹ ਸੁੱਕ ਜਾਣਾ, ਫਿਰ ਅੰਗੂਰ ਸੁੱਕਣੇ ਸ਼ੁਰੂ। ਨਹੀਂ ਉਹਦੇ ਵਿੱਚ ਪਹਿਲਾਂ ਚੈੱਕ ਕਰਦੇ ਵੀ ਕਿੰਨਾ ਸ਼ੂਗਰ ਕੰਟੈਂਟ ਆ? ਉਹਨੂੰ ਸ਼ੂਗਰ ਹੀ ਬਹੁਤ ਅਰਲੀ ਪੈਂਦੀ ਆ। ਅੱਛਾ ਕਿੰਨਾ ਕੰਟੈਂਟ ਹੁੰਦਾ ਉਹਦੇ ਚ? ਸ਼ੂਗਰ ਦਾ ਤਕਰੀਬਨ ਉਹਦਾ ਤਾਂ ਮੇਰਾ ਖਿਆਲ 21 ਦਾ ਹੋ ਜਾਂਦਾ ਅਗਸਤ ਦੇ ਪਹਿਲੇ ਹਫਤੇ। ਠੀਕ ਆ। ਤੇ ਜਦੋਂ ਤੋੜਦੇ ਆ ਤੇ ਉਦਾਂ ਯੂਜੂਲੀ ਥੌਮਸਨ ਵਗੈਰਾ ਦਾ ਕਿੰਨਾ ਹੁੰਦਾ? ਥੌਮਸਨ ਦਾ ਵੀ ਉਹਦਾ 21 ਹੋਵੇ ਤਾਂ ਤੁਹਾਡਾ 20-21 ਹੋਵੇ ਤਾਂ ਬਹੁਤ ਵਧੀਆ। ਠੀਕ ਆ। ਪਰ ਥੌਮਸਨ ਦੀ ਜਦੋਂ ਸੌਗੀ ਬਣਾਉਣੀ ਹੈ, ਚ ਇੱਕ ਹੋਰ ਗੱਲ ਦਾ ਬਹੁਤ ਖਿਆਲ ਰੱਖਣਾ ਪੈਂਦਾ। ਇਹ ਤੁਹਾਨੂੰ ਰੱਖਣਾ ਪੈਂਦਾ ਵੀ ਸ਼ੂਗਰ ਹੀ ਨਹੀਂ ਇਕੱਲੀ ਦੇਖਣੀ, ਕਿਉਂ ਕਈ ਵਾਰੀ ਸ਼ੂਗਰ ਤੁਹਾਡੀ ਹੁੰਦੀ ਆ 18-20, ਪਰ ਤੁਹਾਡਾ ਐਸਿਡ 9 ਹੁੰਦਾ। ਅੱਛਾ। ਤੇ ਐਸਿਡ 3, ਜਿੱਦਾਂ ਵੀ ਤੁਹਾਡੀ ਸੌਗੀ 15-18% ਸ਼ੂਗਰ ਆ ਤੁਹਾਡੀ, ਤੇ 6 ਦੇ ਲਾਗੇ ਛਾਗੇ ਐਸਿਡ ਹੋਣਾ ਚਾਹੀਦਾ।
ਓਕੇ, ਸ਼ੂਗਰ ਤੇ ਐਸਿਡ ਦਾ ਦੇਖਣਾ 3 in 1 ਹਾਂਜੀ। ਠੀਕ ਆ। ਕਿਉਂਕਿ ਜੇ ਤੁਹਾਡਾ ਐਸਿਡ ਹੈਗਾ 10 ਤੇ ਤੁਹਾਡੀ ਸ਼ੂਗਰ 18 ਆ, ਫਿਰ ਉਹ ਤੇ ਗੱਲ ਤੁਹਾਡੀ ਮੈਚੁਰਿਟੀ ਸੌਗੀ ਵਧੀਆ ਨਹੀਂ ਬਣਨੀ। ਇਹ ਬਹੁਤ ਖਿਆਲ ਰੱਖਣਾ ਪੈਂਦਾ। ਮੈਨੂੰ ਵੀ 7-8 ਸਾਲ ਤੋਂ ਹੀ ਇਸ ਗੱਲ ਦਾ ਪਤਾ ਲੱਗਿਆ। ਨਹੀਂ ਤਾਂ ਅੰਗੂਰ ਅੱਗੇ ਕਹਿਣਾ ਸ਼ੂਗਰ ਪੈ ਗਈ 21 ਤੋੜ ਦਿਓ, ਐਸਿਡ ਚੈੱਕ ਹੀ ਨਹੀਂ ਕਰਨਾ। ਐਸਿਡ ਚੈੱਕ ਹੀ ਨਹੀਂ ਕਰਨਾ। ਹੁਣ ਜਦੋਂ ਚੈੱਕ ਕੀਤਾ ਅਸੀਂ ਪਿਛਲੇ 8-9 ਸਾਲਾਂ ਤੋਂ ਬਹੁਤ ਵਧੀਆ ਰਹਿੰਦਾ। ਅਸੀਂ ਖਿਆਲ ਰੱਖੀਦਾ ਵੀ ਹੁਣ ਐਸਿਡ ਤੇ ਐਸਿਡ ਨੂੰ ਵੀ ਘੱਟ ਰਵੇ, ਇਹਦੇ ਲਈ ਕੀ ਕਰਨਾ ਪੈਂਦਾ? ਜ਼ਿਆਦਾ ਸੈਂਡੀ ਗਰਾਊਂਡ ਦੇ ਵਿੱਚ ਬਹੁਤ ਐਸਿਡ ਆ। ਪੀਐਚ ਦਾ ਹੀ ਆ ਰੌਲਾ? ਹਾਂਜੀ ਪਾਣੀ ਦੇ ਕਰਕੇ ਆ? ਨਹੀਂ, ਇਹ ਵਿੱਚੋਂ ਬੂਟੇ ਹੀ ਜਨਰੇਟ ਹੁੰਦੇ ਆ। ਜਿੱਦਾਂ ਕਈ ਧਰਤੀ ਇਦਾਂ ਦੀ ਆ, ਉੱਥੇ ਐਸਿਡ ਪੀਐਚ ਹਾਈ ਆ। ਹਾਂ, ਤਾਂ ਪੀਐਚ ਉੱਥੇ ਹਾਈ ਹੋਣ ਕਰਕੇ ਉਹ ਤੁਹਾਡੀ ਜਿਹੜੀ ਆ ਪੀਐਚ ਲੋ ਨਹੀਂ ਹੁੰਦਾ, ਤੇ ਸ਼ੂਗਰ ਤੁਹਾਡੀ ਭਾਵੇਂ 22 ਵੀ ਹੋ ਜਾਏ, 22-23 ਵੀ ਹੋ ਜਾਏ, ਫੇਰ ਵੀ ਸ਼ੂਗਰ ਦੀ ਜਿਹੜੀ ਉਹਦੀ ਕੁਆਲਿਟੀ ਆ ਵਧੀਆ ਨਹੀਂ ਬਣਦੀ। ਤੇ ਕੁਆਲਿਟੀ ਵਧੀਆ ਬਣਦੀ ਆ ਬਈ ਤੁਹਾਡਾ ਐਸਿਡ ਜੇ ਸ਼ੂਗਰ ਹੈਗੀ 21 ਦੇ ਲਾਗੇ ਛਾਗੇ ਆ, ਤੇ ਫਿਰ ਤੁਸੀਂ ਵਧੀਆ ਸੌਗੀ ਬਣਾ ਸਕਦੇ ਜਿਹੜੀ ਕੁਆਲਿਟੀ ਆ। ਅੱਛਾ, ਪੀਐਚ ਹਾਈ ਉਹਦਾ ਐਲਕਲਾਈਨ ਹੁੰਦਾ, ਜਿੰਨੀ ਘੱਟ ਹੋਵੇ ਉਨਾ ਜ਼ਿਆਦਾ ਐਸਿਡ ਹੁੰਦਾ। ਤੇ ਉਹ ਜਿਹੜੀ ਜ਼ਮੀਨ ਉਹ ਫਿਰ ਪੀਐਚ ਲੋ ਵਾਲੀ ਐਸਿਡਿਕ ਹੁੰਦੀ ਹੈ, ਉਹ ਜ਼ਮੀਨ ਜਿਹੜੀ ਸੈਂਡੀ ਐਸਿਡਿਕ ਜ਼ਮੀਨ ਹੁੰਦੀ ਆ। ਅੱਛਾ, ਮਤਲਬ ਘੱਟ ਹੋਊਗਾ ਫਿਰ ਉਹਦੇ ਵਿੱਚ। ਉਹ ਤੁਸੀਂ ਜ਼ਿਆਦਾ ਯੂਜੂਅਲੀ ਨਾਰਮਲ ਰੇਂਜ ਕੀ ਰਹਿਣੀ ਚਾਹੀਦੀ ਹੈ ਇਹਦਾ? ਨਾਰਮਲ ਜਿਵੇਂ ਜੀ 21 ਸ਼ੂਗਰ ਆ ਤੁਹਾਡੀ, ਤਾਂ 6 ਹੋਵੇ ਐਸਿਡ, ਠੀਕ ਆ, ਤਾਂ ਤੁਹਾਡੀ ਕੁਆਲਿਟੀ ਜਿਹੜੀ ਆ ਉਹ ਦਾ ਬੈਸਟ ਜਿਹੜੀ ਯਾਨੀ ਕਿ ਜਦੋਂ ਤੁਸੀਂ ਸੁਕਾ ਕੇ ਪੇਪਰ ਤੇ ਪਾਉਣੇ ਆ, ਹਾਂ, ਤੇ ਉਹ ਐ ਨਹੀਂ ਵੀ ਇੱਕੋ ਦਿਨ ਚ ਹੀ ਉੱਡ ਜਾਣਾ। ਉਹ ਤੁਹਾਡੇ ਉਹਨੂੰ 7-8 ਦਿਨ ਵਧੀਆ ਹੌਲੀ ਸੁੱਕਣ ਨੂੰ ਲੱਗਣੇ ਆ, ਤੇ ਉਹਦੀ ਜਿਹੜੀ ਰੈਂਕਲਸ ਬਣਨੇ ਆ ਸੌਗੀ ਦੇ ਉੱਪਰ, ਤੁਸੀਂ ਵੀ ਦੇਖੇ ਆ। ਹਾਂਜੀ, ਤੇ ਉਹ ਫਿਰ ਵਧੀਆ ਬਣਨੇ ਦਾ ਮਤਲਬ ਤੇ ਕੁਆਲਿਟੀ ਵਧੀਆ, weight ਵਧੀਆ ਨਿਕਲਦਾ। ਠੀਕ ਆ, weight ਜਿੰਨੀ ਸ਼ੂਗਰ ਜ਼ਿਆਦਾ ਹੈ ਉਨਾ ਹੀ ਭਾਰ ਜ਼ਿਆਦਾ ਹੈ। ਹਾਂਜੀ, ਜਿਹੜੀ ਇਹ ਸਲਮਾ ਪੀਟ ਆ, ਇਹਨੂੰ ਤਾਂ ਬਾਹਲੀ ਲੋੜ ਹੀ ਨਹੀਂ ਪੈਂਦੀ। ਤੇ ਇਹਦਾ ਮਤਲਬ ਫਿਰ ਸਲਮਾ ਪੀਟ ਦਾ ਗਰੋਇੰਗ ਸੀਜ਼ਨ ਫਿਰ ਥੋੜਾ ਜਿਹਾ ਛੋਟਾ ਹੀ ਆ ਥੌਮਸਨ ਨਾਲੋਂ? ਹਾਂਜੀ, ਛੋਟਾ ਹੈ। ਇਹ ਤਾਂ ਹੀ ਨਵੀਂ ਵੈਰਾਈਟੀ ਆਈ ਆ। ਠੀਕ ਆ, ਥੋੜੇ ਚਿਰ ਤੋਂ ਆਈ ਆ, ਪਰ ਇਹਦੀ ਕੁਆਲਿਟੀ ਵੀ ਵਧੀਆ ਆ। ਤੇ ਅਸੀਂ ਅਜੇ ਟਰਾਈ ਨਹੀਂ ਕੀਤੀ ਉਹਦਾ। ਠੀਕ ਹੈ, ਤੁਹਾਡੇ ਸਾਰੇ ਹੀ ਥੌਮਸਨ 100%? ਹੀ 100%। ਠੀਕ, ਪਰ ਅਸੀਂ ਕੋਸ਼ਿਸ਼ ਕਰਨੀ ਆ ਆਉਣ ਵਾਲੇ ਸਮੇਂ 'ਚ ਚੇਂਜ ਕਰਨਾ ਹੈ। ਬਦਾਮ ਪੱਟ ਕੇ ਲਾਉਣੇ ਆ? ਨਹੀਂ, ਬਦਾਮ ਵੀ ਪੱਟ ਕੇ ਉਹਦਾ ਲਾ ਲਈਏ ਤਾਂ ਵੀ ਕੋਈ ਗੱਲ ਨਹੀਂ। ਪਾਣੀ ਤਾਂ ਘੱਟ ਲੈਂਦੀ ਆ ਬਦਾਮ। ਦੇਖ ਲਓ ਜੀ, ਅਸੀਂ ਹੁਣ 10 ਸਾਲ ਹੋ ਗਏ ਸੋਚਦੇ ਹੁੰਦੇ ਵੀ 10 ਸਾਲਾਂ ਤੋਂ ਪੱਟਣੇ ਆ। ਅੱਛਾ, ਅਜੇ ਪੱਟੇ ਨਹੀਂ? ਪੱਟਣੇ ਅਜੇ ਪੱਟਣੇ ਹੀ ਆ। ਬੰਦਾ ਸੋਚਦਾ ਸਹੀ ਗੱਲ, ਕੋਸ਼ਿਸ਼ ਕਰਦਾ ਜਿਹੜਾ ਉਹ ਕੋਸ਼ਿਸ਼। ਹਾਂਜੀ, ਨਹੀਂ ਵਧੀਆ। ਉਹਦਾ ਬਦਾਮ ਵੀ ਹੁਣ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਆ, ਸਾਰੇ ਬੰਦਿਆਂ ਨੇ ਬੜਾ ਹੰਬਲਾ ਮਾਰਿਆ। ਬਾਕੀ ਗਰੁੱਪ ਨੇ ਵੀ ਬੜੀ ਮਿਹਨਤ ਕੀਤੀ ਇਹਦੇ ਵਿੱਚ। ਚੰਗਾ, ਪਿਛਲੇ ਸਾਲ ਤੋਂ ਲੈ ਕੇ ਭਾਜੀ ਜਸਵੀਰ ਹੋਣੀ, ਅਰਸ਼ਦੀਪ, ਸਾਰਿਆਂ ਨੇ ਰੌਲਾ ਚੰਗਾ ਪਾਇਆ, ਤੇ ਥੋੜਾ ਜਿਹਾ ਜਾਗਰਤੀ ਆ ਗਈ ਬਹੁਤ ਜ਼ਿਆਦਾ। ਨਹੀਂ, ਚਲੋ, ਇਹ ਪ੍ਰੋਗਰਾਮ ਸੁਣਨ ਦੇ ਵਿੱਚ ਮੈਨੂੰ ਆਪੂ ਨੂੰ ਵੀ ਬਹੁਤ ਜ਼ਿਆਦਾ ਐਕਸਪੀਰੀਅੰਸ ਬਣਿਆ। ਜਾਂ ਡਾਕਟਰ ਸਾਹਿਬ ਆਉਂਦੇ ਹੁੰਦੇ ਜਦੋਂ ਵੀ ਫਰਟੀਲਾਈਜ਼ਰ ਬਾਰੇ ਦੱਸਦੇ ਆ, ਅਸੀਂ ਜਿਹੜੇ ਵਾਚ ਕਰਦੇ। ਇੱਕ ਵਾਰੀ ਮੈਂ ਪਾਉਣ ਲੱਗਿਆ ਸੀ, ਮੈਂ ਆਪਣੀ ਗੱਲ ਦੱਸਦਾ, ਤੇ ਇਧਰੋਂ ਪ੍ਰੋਗਰਾਮ ਚੱਲਦਾ ਸੀਗਾ, ਤੇ ਉਹ ਕਹਿੰਦੇ ਵੀ ਨਹੀਂ ਹੁਣ ਨਹੀਂ ਪਾਉਣਾ, ਹੁਣ ਤਾਂ ਹਜੇ ਤੱਕ ਇਹੋ ਠੀਕ ਹੀ ਨਹੀਂ, ਸਮਾਂ ਹੀ ਨਹੀਂ ਹੈਗਾ, ਫਰਵਰੀ ਮਹੀਨੇ ਦੀ ਗੱਲ ਆ, ਵੀ ਕੋਈ ਫਾਇਦਾ ਨਹੀਂ। ਕਹਿੰਦੇ ਕੋਈ ਫਾਇਦਾ ਨਹੀਂ, ਇਹ ਤਾਂ ਵੇਸਟ। ਮੈਂ ਉਹਦੇ ਵੇਲੇ ਉਹ ਬੰਦ ਕਰਤਾ, ਬਚਾਅ ਹੋ ਗਿਆ, ਮਨੀ ਬਚ ਗਈ ਬਹੁਤ ਵਾਧੂ। ਇੱਕ ਟਾਈਮ ਤੇ ਮਨੀ ਨਾਲੇ ਉਹ ਜਿਹੜੀ ਇਹ ਵੀ ਮੈਂ ਦੱਸਦਾ ਜਾਣਕਾਰੀ ਜਿਹੜੀ ਮੇਰੇ ਕੋਲ ਆ, ਕਿ ਬਈ ਜਿੰਨੀ ਗਰਮੀ ਜ਼ਿਆਦਾ ਆ, ਵੈਦਰ ਵਧੀਆ ਆ, ਤੇ ਉਨਾ ਹੀ ਜਿਹੜੀ ਫਰਟੀਲਾਈਜ਼ਰ ਵੀ ਅਸੀਂ ਪਾਉਣੇ ਕਿਸੇ ਚੀਜ਼ ਨੂੰ, ਉਦੋਂ ਹੀ ਕੰਮ ਕਰਦੀ ਆ ਜਦੋਂ ਜ਼ਮੀਨ ਵੀ ਗਰਮ ਆ। ਜਿਹੜਾ ਕੀ ਕਹਿੰਦੇ ਹੁੰਦੇ ਆ, ਜਿਹੜੀਆਂ ਜੜ੍ਹਾਂ ਆ ਫਿਰ ਉਦੋਂ ਕਾਰਵਾਈ ਕਰ ਰਹੀਆਂ ਹੁੰਦੀਆਂ। ਠੰਡ ਦੇ ਵਿੱਚ ਤਾਂ ਸੌ ਜਾਂਦੀਆਂ। ਠੰਡ ਦੇ ਵਿੱਚ ਨਾਲੇ ਉਹ ਤਾਂ ਪੈਸੇ ਵੇਸਟ ਕਰਨ ਵਾਲੀ ਗੱਲ ਹੋ ਜਾਂਦੀ ਹੈ, ਮਨੀ ਸਿੱਧਾ ਡਰੇਨ ਕਰਨੀ ਆ। ਹਾਂਜੀ, ਤੇ ਬਹੁਤ ਵਧੀਆ ਸੌਗੀ ਜਿਹੜੀ 3-4 ਤਰ੍ਹਾਂ ਦੀ ਹੈਗੀ ਆ। ਇੱਕ ਨਵੀਂ, ਇੱਕ ਪਹਿਲਾਂ ਵੀ ਹੋਰ ਵੀ ਹੈਗੀ, ਇੱਕ ਵੈਰਾਈਟੀ ਫਲੇਮ, ਸਾਦੇ ਉਹਨੂੰ ਫਲੇਮ ਰੇਜ਼ਨ। ਠੀਕ ਆ, ਉਹ ਕਾਲੀ ਕਾਲੀ ਹੁੰਦੀ ਆ, ਚੰਗੀ ਮੋਟੀ। ਤੇ ਉਹ ਵੀ ਬਹੁਤ ਵਧੀਆ। ਉਹ ਕੈਲੋਗ ਬਹੁਤ ਵਰਤਦਾ ਉਹਨੂੰ। ਤੇ ਹੁਣ ਮਤਲਬ ਫਿਰ ਫਰਟੀਲਾਈਜ਼ਰ ਪਾਉਣ ਦਾ ਵਕਤ ਆ ਤੁਹਾਡੇ? ਹਾਂਜੀ, ਪੂਰਾ ਜੀ। ਹੁਣ ਪਾ ਰਹੇ ਆ ਅੱਜ ਅਸੀਂ। ਕੀ ਪਾਉਣਾ ਹੁੰਦਾ? ਕਿਹੜਾ NPK ਆ ਜਾਂ UN32 ਪਾਈ ਆ? UN32 ਪਾਈ। ਪਰ ਇਹ ਵੀ ਮੈਂ ਜਾਣਕਾਰੀ ਬਾਰੇ ਦੱਸਾਂ, ਪਿਛਲੇ 5 ਸਾਲ ਤੋਂ ਜਿਹੜਾ ਹੋਰ ਮੈਂ ਐਕਸਪੀਰੀਅੰਸ ਬਣਿਆ, ਤੇ ਆਪਾਂ ਕਵਰ ਕਰਾਪ ਬੀਜਦੇ ਆ, ਤੇ ਫਿਰ ਘੱਟ ਪਾਉਣੀ ਪੈਂਦੀ ਆ। ਹਾਂਜੀ, ਤੇ ਕਵਰ ਕਰਾਪ ਤੇ ਇੱਕ ਰੋ ਚ ਤੇ ਦੂਜੀ ਰੋ ਚ ਜਿੱਦਾਂ ਮਨੂਰ ਜਿਹੜਾ ਗੋਹੇ ਦਾ ਢੇਰ ਆ, ਕੰਪੋਸਟ ਜਿਹੜਾ ਕੰਪੋਸਟ ਪਾ ਦਿਓ। ਕੰਪੋਸਟ ਦੇ ਨਾਲ ਤੁਹਾਡੀ ਜਿਹੜੀ ਆ ਉਹ ਪੋਟਾਸ਼ ਵੱਧ ਜਾਂਦੀ ਆ, ਤੇ ਤੁਹਾਡੀ ਕੁਆਲਿਟੀ ਜਿਹੜੀ ਸੌਗੀ ਦੀ ਬਹੁਤ ਵਧੀਆ ਬਣਦੀ ਆ। ਠੀਕ ਆ, ਤੇ ਸਾਨੂੰ ਉਹ ਤੁਸੀਂ ਰੋ ਦੇ ਵਿੱਚ ਡਿਫਰੈਂਸ ਦੇਖਿਆ ਫਿਰ ਕਵਰ ਵਾਲੀ ਤੇ ਮਨੂਰ ਵਾਲੀ ਚ? ਫਿਰ ਅਸੀਂ ਤਿੰਨਾਂ ਸਾਰੇ ਖੇਤ ਹੀ ਦੇਖਿਆ, ਤੇ ਅਸੀਂ ਜਿਹੜੀ ਫਰਟੀਲਾਈਜ਼ਰ ਅੱਗੇ ਪਾਉਂਦੇ ਸੀ ਕਮਰਸ਼ੀਅਲ, ਉਹ ਅੱਧੀ ਕਰਤੀ ਆ ਪਿਛਲੇ 3 ਸਾਲ ਤੋਂ। ਮਤਲਬ ਫਿਰ ਤਾਂ ਮਨੀ ਕਾਫੀ ਸੇਵ ਹੁੰਦੀ ਹੈ। ਹਾਂਜੀ, ਉਹ ਜਿਹੜੀ ਆ ਨਾਲੇ ਆਪਣੀ ਆਰਗੈਨਿਕ ਆ ਸਾਰਾ ਕੁਝ। ਮਨੂਰ ਵੀ, ਕੰਪੋਸਟ ਵੀ ਆਰਗੈਨਿਕ ਹੋ ਗਿਆ, ਤੇ ਜਿਹੜਾ ਬੀਜਣਾ ਕਵਰ ਕਰਾਪ ਉਹ ਵੀ ਵਿੱਚੇ ਪਾ ਦੇਣਾ। ਠੀਕ ਆ, ਤੇ ਜਿਹੜੀ ਦੂਜੀ ਆ UN32 ਵਗੈਰਾ ਅੰਗੂਰਾਂ ਨੂੰ ਮੈਂ ਪਿਛਲੇ 4 ਸਾਲ ਤੋਂ ਅੱਧੀ ਪਾਈ ਆ।
ਠੀਕ ਆ, ਤੇ ਕੋਈ ਯੀਲਡ ਵਿੱਚ ਫਰਕ ਨਹੀਂ ਕੋਈ ਪਿਆ। ਫਰਕ ਨਹੀਂ। ਕਿੰਨੀ ਪਰ ਕੁ ਆ ਜਾਂਦੀ ਹੈ ਯੀਲਡ, ਕਿੰਨੇ ਟਨ ਆਉਂਦੀ ਆ? ਯੀਲਡ ਸਮੇਂ ਤੇ ਡਿਪੈਂਡ ਆ, ਪਿਛਲੇ ਸਾਲ ਬਹੁਤ ਵਧੀਆ ਸੀ, ਹੂੰ 2.8 ਦੇ ਲਾਗੇ ਛਾਗੇ ਸੀ ਟਨ ਠੀਕ ਆ, ਪਰ ਏਕੜ। ਏਕੜ ਦੀ, ਠੀਕ ਹਾਂਜੀ, ਆ। ਐਤਕੀ ਮੈਨੂੰ ਲੱਗਦਾ ਐਤਕੀ ਡੀਸੈਂਟ ਕ੍ਰਾਪ ਜਿਹਨੂੰ ਕਹਿ ਦਿੰਦੇ ਆ ਬਈ, ਗੁੱਛੇ ਸੋਹਣੇ ਲੱਗੇ ਆ? ਗੁੱਛੇ ਬਹੁਤ ਵਧੀਆ। ਹਾਂ ਹਾਂ। ਗੁੱਛੇ ਵਧੀਆ ਐਤਕੀ, ਪਿਛਲੇ ਸਾਲ ਬਹੁਤ ਸੀ, ਹੂੰ ਐਤਕੀ ਤਕਰੀਬਨ ਐਵਰੇਜ ਕ੍ਰਾਪ ਹੋਊਗਾ ਸਾਰੀ ਇੱਥੇ ਜਿੰਨਾ ਕੁ ਪਿਛਲੀ ਵਾਰ ਸੀ ਉਹਨਾਂ ਕੀ ਆ? ਉਹ ਤੋਂ ਥੋੜਾ ਜਿਹਾ ਘੱਟ ਹੋਊਗਾ। ਘੱਟ ਹੋਊਗਾ। ਹਾਂਜੀ, ਉਹ ਤੋਂ ਘੱਟ ਹੋਊਗਾ। ਹੂੰ ਪਰ ਤੁਸੀਂ ਸਾਂਭਣਾ ਉਹਨੂੰ ਕਿੱਦਾਂ, ਹੁਣ ਜਿਹੜੇ ਲੱਗੇ ਹੋਏ ਆ ਮੇਕ ਸ਼ੋਰ ਉਹਨਾਂ ਦੀ ਆਪਾਂ ਪੂਰੀ ਟੇਕ ਕੇਅਰ ਕਰੀਏ। ਜਿੱਦਾਂ ਸਟ੍ਰੈਚਿੰਗ ਦੀ ਗੱਲ ਕੀਤੀ ਸੀ ਮੈਂ, ਵੀ ਆਪਾਂ ਜਦੋਂ 3 ਤੋਂ 5 ਇੰਚ ਪਿਛਲੇ 10 ਕੁ ਦਿਨ ਪਹਿਲਾਂ ਸਟ੍ਰੈਚਿੰਗ ਕੀਤੀ ਸੀ, ਤੇ ਉਹ ਗੁੱਛੇ ਵਾਹਵਾ ਆਲਰੇਡੀ ਤਕਰੀਬਨ 6 7 5 ਇੰਚ ਦੇ ਸੀਗੇ। 3 ਤੋਂ 5 ਇੰਚ ਜਦੋਂ ਗੁੱਛਾ ਹੋਵੇ ਉਦੋਂ ਸਟ੍ਰੈਚ ਕਰ ਦਿਓ। ਠੀਕ ਆ। ਹੁਣ ਜਿਹੜੀ ਬਲੂਮ ਸਪਰੇ ਵੀ ਇਸੇ ਕਰਨੀ ਹੈ, ਇਸੇ ਕਰਕੇ ਵੀ ਉਹਨਾਂ ਗੁੱਛਿਆਂ ਨੂੰ ਥੋੜਾ ਥੋੜਾ ਲਾਈਟ ਕਰਨਾ। ਠੀਕ ਆ। ਬਈ ਜੇ ਉਹ ਭਾਰੇ ਹੋਣਗੇ, ਲੰਬੇ ਹੋਣਗੇ, ਤਾਂ ਉਹਨਾਂ ਦੇ ਵਿੱਚ ਜਗ੍ਹਾ ਹੋਵੇ ਅੰਗੂਰਾਂ ਨੂੰ ਮੋਟੇ ਹੋਣ ਦੀ। ਠੀਕ ਆ। ਜਿੰਨੇ ਉਹ ਵਧੀਆ ਮੋਟੇ ਹੋਣਗੇ ਤਾਂ ਉਹਨੇ ਉਹ ਤੁਹਾਡਾ weight ਵਧੀਆ ਬਣੂਗਾ। ਠੀਕ। ਸੋ ਗੱਲਬਾਤ ਨੂੰ ਆਪਾਂ ਇਦਾਂ ਹੀ ਸਰੋਤਿਓ ਦਰਸ਼ਕੋ ਜਾਰੀ ਰੱਖਣਾ ਹੈ। ਜੇ ਤੁਹਾਡਾ ਸੌਗੀ ਨੂੰ ਲੈ ਕੇ ਕੋਈ ਸਵਾਲ ਆ, ਸੌਗੀ ਦੇ ਕਿਸਾਨ ਨੇ ਸਰਬਜੀਤ ਸਿੰਘ ਸਰਾਂ ਜੀ, ਜੇ ਤੁਸੀਂ ਕੁਝ ਪੁੱਛਣਾ ਚਾਹੁੰਦੇ ਆ, ਚਾਹੇ ਤੁਸੀਂ ਘਰੇ ਵੀ ਲਾਏ ਆ ਅੰਗੂਰਾਂ ਦੇ ਜਿਹੜੀਆਂ ਵੇਲਾਂ, ਜੇ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਉਸ ਬਾਬਤ, ਪਰ ਅੱਜ ਇਹ ਅੰਗੂਰਾਂ ਦੇ ਹੀ ਬਾਦਸ਼ਾਹ ਆ ਆਪਣੇ ਨਾਲ ਬੈਠੇ, ਸੋ ਉਹਨਾਂ ਦੇ ਐਕਸਪਰਟ ਆ। ਜੇ ਉਸ ਬਾਬਤ ਤੁਹਾਡਾ ਕੋਈ ਸਵਾਲ ਆ, ਤੁਸੀਂ ਕਾਲ ਵੀ ਕਰ ਸਕਦੇ ਆ 408 272 5200 4082725200। ਇੱਕ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਆਪਾਂ ਮੁੜਦੇ ਆ। ਇਦਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਪ੍ਰੋਗਰਾਮ ਅਪਡੇਟ ਫਾਰਮਿੰਗ ਜਾਰੀ ਰਹੇਗਾ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸਰੋਤਿਓ ਦਰਸ਼ਕੋ। ਪ੍ਰੋਗਰਾਮ ਚੱਲ ਰਿਹਾ ਅਪਡੇਟ ਫਾਰਮਿੰਗ। ਮੈਂ ਰਾਜਕਨਵੀਰ ਸਿੰਘ, ਸਰਬਜੀਤ ਸਿੰਘ ਸਰਾਂ ਜੀ ਆਪਣੇ ਨਾਲ ਜੁੜੇ ਆ। ਸਰਬਜੀਤ ਸਿੰਘ ਜੀ, ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ। ਸੋ ਸੌਗੀ ਦੀ ਗੱਲਬਾਤ ਕਰ ਰਹੇ ਹਾਂ। ਸੌਗੀ ਦੀ ਖੇਤੀ ਦੀ ਜਿਹੜੀ ਉਹ ਆਪਾਂ ਗੱਲਬਾਤ ਤੁਹਾਡੇ ਨਾਲ ਜਿਹੜੀ ਉਹ ਕਰ ਰਹੇ ਹਾਂ, ਤੇ ਆਪਾਂ ਨੂੰ ਜਾਣਕਾਰੀ ਜਿਹੜੀ ਆ ਸਰਬਜੀਤ ਸਿੰਘ ਜੀ ਦੱਸ ਰਹੇ ਆ। ਸੋ ਅਗਸਤ ਸਤੰਬਰ ਦੇ ਵਿੱਚ ਫਿਰ ਚੜ੍ਹਾਈ ਜਿਹੜੀ ਉਹ ਹੋ ਜਾਂਦੀ ਆ। ਕੋਈ ਹੱਥਾਂ ਨਾਲ ਕਟਵਾਉਂਦਾ ਹੈ, ਕੋਈ ਕਰੂ ਲਾ ਕੇ, ਤੇ ਕੋਈ ਮਸ਼ੀਨ ਦੇ ਨਾਲ। ਜੇ ਆਪਣੇ ਸਰੋਤਿਆਂ ਦਰਸ਼ਕਾਂ ਨੂੰ ਦੱਸ ਜਾਈਏ ਤਾਂ ਦੋਨੋਂ ਤਰ੍ਹਾਂ ਦੀ ਜਿਹੜੀ ਝਾੜ ਅੰਗੂਰਾਂ ਦੀ ਕਰਕੇ ਜਿਹੜੀ ਸੌਗੀ ਬਣਦੀ ਆ, ਉਹਦੀ ਕਵਰੇਜ ਆਪਾਂ ਲਾਸਟ ਈਅਰ ਕੀਤੀ ਸੀ ਸਾਡੇ ਪੰਜਾਬੀ ਰੇਡੀਓ USA ਦੇ ਫੇਸਬੁੱਕ ਚੈਨਲ ਦੇ ਉੱਤੇ ਜਾ ਕੇ, ਜਿਹੜਾ ਤੁਸੀਂ ਦੇਖ ਸਕਦੇ ਆ ਵੀ ਮਸ਼ੀਨ ਦੇ ਨਾਲ ਚੜ੍ਹਾਈ ਜਿੱਦਾਂ ਇਸ ਦੀ ਕਹਿ ਲਓ ਵੀ ਗੁੱਛਿਆਂ ਨੂੰ ਕੱਟਣਾ ਕਿੱਦਾਂ ਕੱਟਦੇ ਆ, ਹੱਥਾਂ ਦੇ ਨਾਲ ਕਿੱਦਾਂ ਕਰਦੇ ਆ, ਉਹ ਸਾਰਾ ਤੁਸੀਂ ਸਿਸਟਮ ਜਿਹੜਾ ਪੂਰਾ ਪ੍ਰੋਸੈਸ ਜਿਹੜਾ ਉਹ ਦੇਖ ਸਕਦੇ ਆ। ਫਿਰ ਉਸ ਤੋਂ ਬਾਅਦ ਹਫ਼ਤਾ ਕੁ ਪਏ ਰਹਿੰਦੇ ਆ ਉੱਤੇ। ਇਹ ਜਦੋਂ ਛਿਟੀਆਂ ਕੱਟਦੇ ਆ, ਹਾਂਜੀ, ਜਿਹੜੀ ਆ ਸਲਮਾ ਪੀਟ, ਇਹਦਾ ਤਕਰੀਬਨ ਮਹੀਨਾ ਰਹਿੰਦੀ ਉੱਪਰ। ਅੱਛਾ, ਕਿ ਮਹੀਨੇ ਤੋਂ ਵੀ ਜ਼ਿਆਦਾ ਮੇਰਾ ਖਿਆਲ ਰਹਿੰਦੀ ਹੈ। ਸਤੰਬਰ ਚ ਫਿਰ ਝਾੜਦੇ ਜਾ ਕੇ ਐਂਡ ਅਗਸਤ ਚ ਕੱਟ ਦਿੰਦੇ ਪਹਿਲੇ ਹਫ਼ਤੇ, ਤੇ ਫਿਰ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਜਿੱਦਾਂ ਪਹਿਲਾਂ ਛਿਟੀ ਸੁੱਕਣੀ ਆ, ਫਿਰ ਉਹਦਾ ਸਟੈਮ ਜਿਹੜਾ ਉਹਦੇ ਵਿੱਚੋਂ ਫਿਰ ਮੋਇਸਚਰ ਜਾਣੀ ਆ। ਫਿਰ ਮੌਸਮ ਤੇ ਵੀ ਡਿਪੈਂਡ ਆ ਵੀ ਗਰਮੀ ਕਿੰਨੀ ਕੁ ਪੈ ਰਹੀ ਆ। ਜੇ ਗਰਮੀ ਘੱਟ ਪੈ ਰਹੀ ਆ ਤਾਂ ਫਿਰ ਹੌਲੀ ਹੌਲੀ ਸੁੱਕਦੇ ਆ। ਠੀਕ ਆ। ਤੇ ਇਹ ਤਾਂ ਇਹਨਾਂ ਦਾ ਜਿਹੜੀ ਹੈਗੀ ਆ, ਦੂਜੀ ਆ ਥਾਮਸਨ ਹੈਗੀ ਆ, ਇਹ ਤਾਂ 12 ਕੁ ਦਿਨ ਛਿਟੀਆਂ ਕੱਟ ਕੇ ਵਿਛਾ ਦੇਈਦੀਆਂ ਨੇ ਇਹ ਤਾਂ ਥੱਲੇ। ਹਾਂਜੀ, ਇਹ ਵਿਛਾ ਵੀ ਦੇਈਦੀ ਆ ਉੱਤੇ ਮਸ਼ੀਨ ਨਾਲ ਵੀ ਜਿਹੜੀ ਝਾੜਦੇ ਆ। ਅੱਛਾ, ਉਹ ਵੀ ਫਿਰ ਉੱਤੇ ਵੀ ਹਾਂਜੀ, ਉਹ ਵੀ ਤਕਰੀਬਨ ਸ਼ੂਗਰ ਚੈੱਕ ਕਰੀਦੀ ਆ ਪਹਿਲਾਂ। ਪਰ ਉਹ ਮਸ਼ੀਨ ਨਾਲ ਦੇ ਨਾਲ ਹੀ ਇਕੱਠੀ ਨਹੀਂ ਕਰੀ ਜਾਂਦੀ ਕਿਹੜੀ ਜਿਹੜੀ ਨਹੀਂ ਤੁਹਾਡੇ ਵਾਲੀ, ਜਿੱਦਾਂ ਆਪਾਂ ਦੇਖਿਆ ਸੀ ਲਾਸਟ ਟਾਈਮ, ਉਹ ਮਸ਼ੀਨ ਕੱਟਦੀ ਸੀ ਨਾਲ ਹੀ ਲੈ ਜਾਂਦੀ ਸੀ ਉਹ। ਹਾਂਜੀ, ਉਹ ਕੱਟ ਕੇ ਪੇਪਰ ਤੇ ਪਾਈ ਜਾਂਦੀ ਨਾਲ। ਹਾਂਜੀ, ਪਰ ਉਹ ਤੋਂ ਪਹਿਲਾਂ ਮੇਕ ਸ਼ੋਰ ਕਰਨਾ ਕੱਟਣ ਤੋਂ ਪਹਿਲਾਂ ਵੀ ਸ਼ੂਗਰ ਤੁਹਾਡੀ ਕਿੰਨੀ ਆ। ਹਾਂਜੀ, ਉਹ ਜਦੋਂ ਤੁਸੀਂ ਦੱਸਿਆ ਵੀ 20-21%। ਅਗਸਤ ਦੇ ਐਂਡ ਦੇ ਵਿੱਚ ਅਸੀਂ 15-20 ਤੋਂ ਬਾਅਦ ਸ਼ੂਗਰ ਚੈੱਕ ਕਰਨੀ ਸ਼ੁਰੂ ਕਰ ਦਈਦੀ ਆ। ਠੀਕ ਆ। ਤਾਂ ਫਿਰ ਡਿਸੀਜਨ ਬਣਾ ਲਈਦਾ ਵੀ ਹੱਥੀਂ ਕਿਦਣ ਤੋੜਨੇ ਆ ਤੇ ਛਿਟੀਆਂ ਕਿਦਣ ਕੱਟਣੀਆਂ। ਠੀਕ ਆ ਜੀ। ਛਿਟੀਆਂ ਫਿਰ ਕੱਟ ਦੇਣੀਆਂ 12 ਕੁ ਦਿਨ, ਫਿਰ ਉੱਤੇ ਹੀ ਰਹਿਣ ਦੇਣੇ ਉਹ। ਠੀਕ ਆ। ਤੇ ਛਿਟੀਆਂ ਜਿਹੜੀਆਂ ਕੱਟਣੀਆਂ ਮਸ਼ੀਨਾਂ ਕੱਟਣੀਆਂ ਕਿ ਹੱਥ ਮੈਨੂੰ ਇਹ ਇੱਕ ਪਾਰਟ ਜਿਹੜਾ ਮੈਨੂਅਲ ਹੀ ਆ। ਮੈਨੂਅਲ ਪੂਰਾ, ਉਹ ਦੋਨੋਂ ਕੰਮਾਂ ਦੇ ਵਿੱਚ ਉਹ ਮੈਨੂਅਲ ਹੀ ਜਿਹੜਾ ਉਹ ਰਹਿਣਾ ਹੈ। ਹਾਂਜੀ, ਉਹ ਰਹਿਣਾ ਹੀ ਆ। ਉਹ ਮੈਨੂਅਲ, ਚਾਹੇ ਉਹ ਸਲਮਾ ਪੀਟ ਆ, ਚਾਹੇ ਫੇਸਤਾ ਆ, ਕੋਈ ਵੀ ਆ। ਤੇ ਉਹ ਜਿਹੜੀ ਮਸ਼ੀਨ ਲੱਗਦੀ ਆ, ਮਤਲਬ ਉਹ ਛਿਟੀਆਂ ਕੱਟਣ ਤੋਂ ਬਾਅਦ ਦੇ ਵਿੱਚ ਉਹਨੂੰ ਇਕੱਠਿਆਂ ਕਰਨ ਨੂੰ ਆ। ਹਾਂ, ਛਿਟੀਆਂ 12 ਦਿਨਾਂ ਬਾਅਦ ਫਿਰ ਉਹ ਅੰਗੂਰ ਝਾੜ ਕੇ। ਜਿਹੜੀ ਸਲਮਾ ਪੀਟ ਆ ਉਹਦੀ ਤਾਂ ਸੌਗੀ ਉੱਤੇ ਬਣ ਜਾਂਦੀ, ਉਹ ਤਾਂ ਬਿੰਨਾਂ ਚ ਪਾਉਂਦੇ ਆ। ਠੀਕ ਆ ਜੀ। ਜਿਹੜੀ ਥਾਮਸਨ ਆ ਜਾਂ ਦੂਜੀਆਂ ਵੈਰਾਈਟੀਆਂ ਹੈਗੀਆਂ, ਉਹਨਾਂ ਨੂੰ ਫਿਰ ਪੇਪਰ ਤੇ ਪਾਉਂਦੇ ਥੱਲੇ ਵਿਛਾਉਂਦੇ ਆ। ਹਾਂਜੀ, ਫਿਰ ਪੇਪਰ ਤੇ ਜੇ ਤੁਸੀਂ ਹੱਥੀਂ ਤੋੜੇ ਆ ਫਿਰ ਤਾਂ ਤਕਰੀਬਨ ਉਹ ਤੋਂ 2 ਹਫ਼ਤੇ ਉਹ ਬਣਦੀ ਆ, ਮੌਸਮ ਕਿਦਾਂ ਦਾ। ਠੀਕ ਆ। ਜੇ ਤਾਂ ਹੁਣ ਗਰਮੀ ਪੈ ਜਾ 100 ਤੋਂ ਉੱਪਰ, ਤਾਂ ਉਹ ਤਾਂ ਕਈ ਵਾਰੀ 8-9 ਦਿਨਾਂ ਜੀ ਉੱਪਰੋਂ ਸਾੜ ਦਿੰਦੀ ਆ, ਥੱਲਿਓਂ ਹਰੇ ਰਹਿ ਜਾਂਦੇ ਆ। ਤੇ ਜਿਹੜੀ ਮਸ਼ੀਨ ਵਾਲੀ ਆ, ਜੇ ਇੰਨੀ ਗਰਮੀ ਹੋਵੇ, ਉਹ ਤਾਂ 8 ਦਿਨ ਹੀ ਚੱਕਣੀ ਪੈਂਦੀ ਆ। ਠੀਕ ਆ ਜੀ। ਅੱਛਾ, ਇਹਦੇ ਵਿੱਚ ਕੁੱਲ ਤੁਹਾਡਾ ਖਰਚਾ ਸਾਲ ਦਾ, ਇੱਕ ਜਿੱਦਾਂ ਆਪਾਂ ਮੰਨ ਲਓ ਵੀ 20 ਏਕੜ ਦਾ ਜਾਂ ਪਰ ਏਕੜ ਦੇ ਹਿਸਾਬ ਦੇ ਨਾਲ ਜੇ ਦੇਖਣਾ ਹੋਵੇ, ਸੌਗੀ ਨੂੰ ਪਾਲਣ ਦਾ ਕਿੰਨਾ ਕੁ ਇੱਕ ਸਾਲ ਦਾ ਜਿਹੜਾ ਖਰਚਾ ਇਸ ਦੇ ਵਿੱਚ ਆ ਜਾਂਦਾ ਕਿਸਾਨ ਨੂੰ? ਖਰਚਾ ਦੇਖੋ ਜੀ, ਵੈਸੇ ਖਰਚਾ ਤਾਂ ਵਾਵਾ ਆ, ਮਹਿੰਗਾਈ ਬਹੁਤ ਆ ਹੁਣ। ਮਹਿੰਗਾਈ ਬਹੁਤ। ਅੱਛਾ, ਤੁਸੀਂ ਫਰਕ ਦੇਖਿਆ ਆ? ਹਾਂਜੀ, ਕਾਫੀ ਫਰਕ ਆ। ਤੇ ਲੇਬਰ 'ਚ ਹੀ ਬਹੁਤ ਫਰਕ ਆ। ਜਦੋਂ ਪ੍ਰੂਨਿੰਗ ਕਰਾਉਂਦੇ ਸੀ ਪਹਿਲਾਂ, ਤੇ ਹੁਣ ਤਾਂ ਕਿੱਥੇ ਪ੍ਰੂਨਿੰਗ। ਅੱਛਾ, ਡੋਰਮੈਂਸੀ 'ਚ ਕਰਾਉਣੀ ਹੁੰਦੀ? ਹਾਂਜੀ, ਦਸੰਬਰ, ਜਨਵਰੀ, ਫਰਵਰੀ ਜਦੋਂ ਸੌ ਜਾਣਾ ਇਹਨਾਂ ਨੇ। ਹਾਂਜੀ, ਦਸੰਬਰ, ਜਨਵਰੀ, ਫਰਵਰੀ, ਤੇ ਉਦੋਂ ਕੰਮ ਤਾਂ ਦਸੰਬਰ 'ਚ ਸ਼ੁਰੂ ਹੋ ਜਾਂਦਾ ਅੰਗੂਰਾਂ ਦਾ, ਦਸੰਬਰ ਤੋਂ ਸਤੰਬਰ ਤੱਕ। ਠੀਕ ਆ। ਤੇ ਫਿਰ ਸਮਝ ਲਓ ਵੀ ਉਹਦੇ ਤੇ ਵੀ ਹੁਣ ਖਰਚਾ ਡਬਲ ਹੋ ਗਿਆ। ਮੈਨੂਅਲ ਲੇਬਰ ਇੰਨੀ ਮਹਿੰਗੀ ਹੋ ਗਈ ਆ। ਕਿਉਂ? ਉਹ ਹੁਣ ਘੰਟਿਆਂ ਦੇ ਹਿਸਾਬ ਨਾਲ ਜਦੋਂ ਰੇਟ ਵੱਧ ਗਏ 16.5, ਤਾਂ ਉਹ ਵੀ ਪੈਸੇ ਜ਼ਿਆਦਾ ਮੰਗਦੇ ਆ। ਪਰ ਜੇ ਤੁਸੀਂ ਜ਼ਿਆਦਾ ਅੰਗੂਰਾਂ ਦਾ ਕੰਮ ਫਰੂਨੀ ਤੇ ਡਿਪੈਂਡ ਆ। ਅੱਛਾ, ਵੀ ਕਰਪ ਕਿਦਾਂ ਦਾ ਲੱਗਣਾ। ਜੇ ਪ੍ਰੂਨਿੰਗ ਵਧੀਆ ਹੋਈ ਆ ਤਾਂ ਫਿਰ ਬੰਦੇ ਤੁਹਾਡੇ ਕੋਲ ਕਾਰੀਗਰ ਆ, ਉਹਨੇ ਵਧੀਆ ਛਿਟੀਆਂ ਛੱਡੀਆਂ, ਤੇ ਫਿਰ ਤੁਹਾਨੂੰ ਪਤਾ ਲੱਗ ਜਾਂਦਾ ਵੀ ਉੱਥੇ ਫਿਰ ਪੈਸੇ ਤੁਸੀਂ ਦੇ ਦਿਓ ਤਾਂ ਫਿਰ ਦੁਖਦੇ ਨਹੀਂ, ਕਿ ਉਹ ਤੁਹਾਡਾ ਉਹਨੇ ਝਾੜ ਤੁਹਾਨੂੰ ਵਧੀਆ ਦੇਣਾ। ਤੇ ਖਰਚੇ ਦਵਾਈਆਂ ਦੇ ਬਹੁਤ ਆ। ਦਵਾਈਆਂ ਕਾਫੀਆਂ, ਫਰਟੀਲਾਈਜ਼ਰ ਕਾਫੀ ਮਹਿੰਗੀ, ਸਾਰਾ ਕੁਝ ਮਹਿੰਗਾ ਆ। ਮਹਿੰਗਾਈ ਚੀਜ਼ਾਂ ਹੋਈ ਜਾ ਰਹੀਆਂ। 2 ਤੋਂ ਲੈ ਕੇ ਸਮਝ ਲਓ ਵੀ ਮੇਰੇ ਹਿਸਾਬ ਨਾਲ 27-2803 ਦੇ ਲਾਗੇ ਛਾਗੇ ਏਕੜ ਖਰਚਾ। ਇਹ ਪਾਣੀ ਦਾ ਮਿਲਾ ਕੇ ਆ ਜਾਂ ਪਾਣੀ ਤੋਂ? ਅੱਛਾ। ਤੇ ਇਸ ਟਾਈਮ ਰੇਟ ਕੀ ਆ, ਭਾਅ ਕੀ ਆ? ਸੌਗੀ ਦਾ ਭਾਅ ਪਿਛਲੇ ਸਾਲ ਬਹੁਤ ਵਧੀਆ ਸੀ। ਕਿੰਨਾ ਸੀ? 1950 ਸੀਗਾ ਮੇਰਾ ਖਿਆਲ। ਠੀਕ ਆ। 2000 ਦੇ ਲਾਗੇ ਛਾਗੇ। ਹਾਂਜੀ, ਠੀਕ ਆ। ਤੇ ਜੇ ਤੁਹਾਡੀ ਵਧੀਆ ਨਿਕਲਦੀ ਆ, ਆਪਾਂ $1000 ਟਨ ਵੀ ਦੇਖਿਆ। ਅੱਛਾ। ਹਾਂਜੀ, ਜਿਹੜੇ ਇੰਨਾ ਡਾਊਨ ਗਿਆ। ਹਾਂਜੀ, ਮੇਰਾ ਖਿਆਲ 16-17 ਦੀ ਗੱਲ ਆ। 17-18 ਦੀ। ਉਦੋਂ ਕੀ ਕਾਰਨ ਬਣੇ? ਉਦੋਂ ਬਸ ਉਹ ਕਹਿੰਦੇ ਸਾਡੇ ਕੋਲ ਸਰਪਲਸ ਬਹੁਤ ਆ ਪੈਕਰਾਂ। ਅੱਛਾ, ਡਿਮਾਂਡ ਉਹ ਤੋਂ ਪਹਿਲਾਂ ਪ੍ਰਾਈਸ ਹੋ ਗਈ ਸੀ $2100। ਅੱਛਾ, ਉੱਥੋਂ ਸਿੱਧੇ 1000 ਨੂੰ ਥੱਲੇ ਜਾ ਵਜੇ। 2100 ਤੋਂ ਜਦੋਂ ਪ੍ਰਾਈਸ ਹੋਈ ਤਾਂ ਬਾਕੀ ਕੰਟਰੀਆਂ 'ਚ ਸੌਗੀ, ਹਲੇ ਟਰਕੀ ਸਾਨੂੰ ਬਹੁਤ ਮਾਤ ਪਾ ਰਹੀ ਆ।
ਉਹਨੇ ਗੱਲ ਇਹੀ ਨਹੀਂ, ਉਹਨਾਂ ਨੇ ਬਹੁਤ ਚੀਜ਼ਾਂ ਲਾਈਆਂ। ਹਾਂਜੀ ਹਾਂ, ਟਰਕੀ ਜਿਹੜੀ ਆ ਹੁਣ ਅੱਗੇ ਕੈਲੀਫੋਰਨੀਆ ਹੁੰਦੀ ਸੀ ਨੰਬਰ 1 ਤੇ ਸੌਗੀ ਦੇ ਵਿੱਚ। ਅੱਛਾ 300,000 ਤੋਂ ਉੱਪਰ 3000 ਉੱਪਰ ਟਨ ਹੁੰਦੀ ਸੀ ਸੌਗੀ ਜਦੋਂ 2000 ਦੀ ਗੱਲ ਆ। ਤੇ ਹੁਣ ਟਰਕੀ ਨੰਬਰ 1 ਤੇ ਆ, ਫੇਰ ਆ ਗਈ ਆ ਦੂਜੀ ਅਰਜਨਟੀਨਾ ਚ ਸੌਗੀ ਬਹੁਤ ਹੋ ਰਹੀ ਆ। ਤੇ ਉਹ ਜਿਹੜੀ ਸੌਗੀ ਆ ਉਹ ਸਾਡੇ ਕੈਲੀਫੋਰਨੀਆ ਦੀ ਸਾਡੀ ਜਿਹੜੀ ਕੁਆਲਿਟੀ ਆ ਪਰ ਉਹ ਨੰਬਰ 1 ਆ। ਤੇ ਆਪਾਂ ਜੇ ਕੁਆਲਿਟੀ ਨੂੰ ਪੂਰਾ ਮੇਨਟੇਨ ਰੱਖੀਏ ਤੇ ਸਾਨੂੰ ਪ੍ਰਾਈਸ ਉਹ ਮਿਲ ਸਕਦੀ ਆ। ਹੁਣ ਵੀ ਦੱਸਦੇ ਆ ਵੀ ਅਗਲੇ ਸਾਲ ਵੀ ਡਿਮਾਂਡ ਕਾਫੀ ਆ, ਸੇਲਸ ਕਾਫੀ ਆ। ਮੈਂ ਅੱਜ ਹੀ ਗੱਲ ਕਰਦਾ ਸੀ, ਕਹਿੰਦੇ ਸੀਗੇ ਵੀ ਮਾਰਕੀਟ ਜਿਹੜੀ ਆ ਬਹੁਤ ਵਧੀਆ ਸੌਗੀ ਦੀ ਜਾ ਰਹੀ ਆ। ਠੀਕ ਆ। ਇਸ ਵਾਰ ਕੀ ਪਿਛਲੇ ਸਾਲ ਤੁਹਾਨੂੰ ਕਿੰਨਾ 1900 ਰਿਹਾ? ਹਾਂਜੀ ਸਾਨੂੰ ਤਕਰੀਬਨ ਲਾਗੇ ਛਾਗੇ। ਅੱਛਾ, ਮਿਲਦਾ ਉਸੇ ਸਾਲ ਜਾਂ ਸਾਲ ਬਾਅਦ ਮਿਲਦਾ? ਨਹੀਂ ਜੀ, ਹੁਣ ਤਾਂ ਕਹਿੰਦੇ ਤੁਸੀਂ ਪਹਿਲਾਂ ਵੀ ਲੈ ਲਓ। ਅੱਛਾ, ਫਰਕ ਪੈ ਪਹਿਲਾਂ ਗਿਆ। ਕਹਿੰਦੇ ਸੀ ਨੇ ਤੁਸੀਂ ਡੋਰ ਬੰਦ ਆ, ਤੁਸੀਂ ਚਲੇ ਜਾਓ, ਪੱਟ ਕੇ ਤਾਂ ਤੁਸੀਂ ਬਦਾਮ ਲਾ ਦਿਓ। ਅੱਛਾ, ਇਦਾਂ ਦੀ ਗੱਲ ਵੀ ਆਈ ਸੀਗੀ। ਹਾਂ, ਜਦੋਂ ਕੋਈ ਇਹ ਕਿਹੜੇ ਸਾਲ ਦੀ ਗੱਲ ਆ? ਇਹੋ 16-17 ਚ? ਪਿਛਲੇ ਸਾਲ ਹੀ ਵਧਿਆ, ਉਹ ਤੋਂ 2 ਸਾਲ ਪਹਿਲਾਂ। ਅੱਛਾ, ਕਹਿੰਦੇ ਵੀ ਪੱਟ ਲਓ ਬਦਾਮ ਨਾ। ਉਹ ਜਿਹੜੇ ਕੋਈ ਜਾਂਦਾ ਸੀ ਸੌਗੀ ਵਾਲਾ ਬੰਦਾ, ਮੈਂ ਆਪ ਦੇਖੇ ਕਿ ਮੈਂ ਸੌਗੀ ਚ ਕੰਮ ਕੀਤਾ 20 ਸਾਲ। ਠੀਕ ਆ। ਜਿਹੜੇ ਪੈਕਰ ਆ ਉਹ ਕਹਿੰਦੇ ਸੀਗੇ ਨਹੀਂ ਤੁਸੀਂ ਪੱਟ ਕੇ ਬਦਾਮ ਲਾ ਦਿਓ, ਅਸੀਂ ਪੈਸੇ ਨਹੀਂ ਦੇਣੇ ਤੁਹਾਨੂੰ। ਅੱਛਾ, ਤੇ ਹੁਣ ਉਹ ਫੋਨ ਕਰਦੇ ਆ, ਤੁਹਾਨੂੰ ਸਮਾਂ ਬਦਲ ਗਿਆ। ਕੀ ਲੋਕਾਂ ਨੇ ਵਾਕਿਆ ਬਹੁਤ ਪੱਟਤੇ? ਬਹੁਤ ਪੱਟਤੇ। ਹੁਣ ਥੋੜੇ ਰਹਿ ਗਏ ਤਾਂ ਕਰਕੇ ਗੁੱਡ ਹੋਇਆ। ਹਾਂਜੀ, ਹੁਣ ਦੇਖੋ ਹੁਣ ਐਤਕੀ ਮੇਰਾ ਖਿਆਲ ਆ ਵੀ ਪਿਛਲੇ ਸਾਲ 170,000 ਟਨ ਹੋਈ ਆ। ਹਾਂ ਤੇ ਐਤਕੀ ਵੀ ਮੇਰਾ ਖਿਆਲ ਆ ਥੋੜੀ ਜਿਹੀ ਵੱਧ ਜਾਊਗੀ। ਇਹ ਸਾਰਾ ਇੰਪੋਰਟ ਹੁੰਦੀ, ਐਕਸਪੋਰਟ ਹੁੰਦੀ, ਆਪਣੇ ਇੱਥੇ ਲੱਗ ਜਾਂਦੀ ਹੈ ਜਾਂ? ਇੱਥੇ ਮੇਰੇ ਸੁਣਨ ਦੇ ਮੁਤਾਬਕ, ਮੈਂ ਪਿੱਛੇ ਜਿਹੇ ਇੱਕ ਬੰਦੇ ਨਾਲ ਆਰਬੀਆਈ ਨਾਲ ਚਿਰ ਹੋ ਕੇ ਗੱਲ ਕਹਿੰਦੇ 200,000 ਟਨ ਤਾਂ ਅਮਰੀਕਾ 'ਚ ਹੀ ਸੌਗੀ ਲੱਗ ਜਾਂਦੀ ਆ। ਅੱਛਾ, ਜੇ ਉਤੋਂ ਤਾਂ ਥੋੜੀ ਬਣੀ ਆ ਫਿਰ। ਹਾਂਜੀ, ਉਹ ਫਿਰ ਹੁਣ ਕੈਲੋਗ ਇਸੇ ਕਰਕੇ ਕਹਿ ਰਿਹਾ ਨਾ ਵੀ ਤੁਸੀਂ ਗਰੰਟੀ ਦਿਓ, ਸੌਗੀ ਐਕਸਪੋਰਟ ਕਰੋ ਇੱਥੇ ਤਾਂ ਸਾਨੂੰ ਸੌਗੀ ਚਾਹੀਦੀ ਆ। ਸੀਰੀਅਲ ਚ ਪਾਉਣੀ ਆ। ਹਾਂ, ਕੈਲੋਗ ਦਾ ਜਿਹੜਾ ਸੀਰੀਅਲ ਆ ਉਹ ਤੁਹਾਨੂੰ ਪਤਾ ਹੀ ਆ, ਉਹਦੇ ਵਿੱਚ ਸਾਰੀ ਰੀਜ਼ਨ ਹੁੰਦੇ ਆ। ਪਰ ਜਿਹੜੀ ਆਪਣੀ ਕੁਆਲਿਟੀ ਆ ਓਵਰਆਲ ਕੈਲੀਫੋਰਨੀਆ ਦੀ ਮੌਸਮ ਵਧੀਆ ਹਾਂਜੀ, ਮੌਸਮ ਵਧੀਆ, ਦੀ ਬੈਸਟ ਕੁਆਲਿਟੀ ਆ। ਜੇ ਆਪਾਂ ਕੁਆਲਿਟੀ ਨੂੰ ਵੀ, ਇਹ ਵੀ ਮੈਂ ਇੱਕ ਸੁਨੇਹਾ ਦੇਣਾ ਚਾਹੁੰਦਾ ਇੱਥੋਂ ਤੁਹਾਡੇ ਦੇ ਥਰੂ, ਵੀ ਆਪਾਂ ਕੁਆਲਿਟੀ ਨੂੰ ਮੇਨਟੇਨ ਕਰੀਏ। ਉਹਦੇ ਲਈ ਕੀ ਆ? ਉਹਦੇ ਲਈ ਵੀ ਤੁਸੀਂ ਵਧੀਆ ਇਹਨਾਂ ਨੂੰ ਸਾਂਭ ਕਰੋ ਜਿੰਨੇ ਵੀ ਤੁਹਾਡੇ ਕੋਲ ਹੈਗੇ ਅੰਗੂਰ, ਕਿਉਂਕਿ ਜੇ ਤੁਹਾਡੀ ਕੁਆਲਿਟੀ ਵਧੀਆ ਆ ਤਾਂ ਤੁਹਾਨੂੰ ਰੇਟ ਵੀ ਵਧੀਆ ਮਿਲੂਗਾ। ਅੱਛਾ, ਪਰ ਇੱਥੇ ਨਾਲ ਸਰਬਜੀਤ ਸਿੰਘ ਜੀ, ਇੱਕ ਇਹ ਵੀ ਬਰਾਬਰ ਦਾ ਹੀ ਆ। ਹੁਣ ਪਾਣੀ ਦੀਆਂ ਕੀਮਤਾਂ ਵਧੀਆਂ, ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਜਿਹੜੀਆਂ ਉਹ ਵੱਧ ਰਹੀਆਂ, ਇਨਪੁਟ ਕਾਸਟ ਬਜਟ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਗਿਆ। ਕਿਸਾਨ ਨੂੰ ਕਈ ਚੀਜ਼ਾਂ ਫਿਰ ਛੱਡਣੀਆਂ ਪੈਂਦੀਆਂ ਜਦੋਂ ਪ੍ਰਾਈਸ ਜਿਹੜਾ ਉਹ ਨਹੀਂ ਮਿਲਦਾ, ਫਿਰ ਕੁਆਲਿਟੀ ਮੇਨਟੇਨ ਕਰਨੀ ਔਖੀ ਹੋ ਜਾਂਦੀ, ਬਹੁਤ ਔਖੀ ਹੁੰਦੀ। ਪਿਛਲੇ ਜਿਹੜੇ ਉਹ 2 ਸਾਲ ਸੀ, 1 ਸਾਲ $1000 ਨੂੰ ਟਨ ਸੀ, 1 ਸਾਲ 1200 ਨੂੰ। ਫਿਰ ਕਿੱਦਾਂ ਗੁਜ਼ਾਰਾ ਹੋਇਆ? ਉਹ ਤਾਂ ਫਿਰ ਗੁਜ਼ਾਰੇ ਵਾਲੀ ਗੱਲ ਤਾਂ ਹੈ ਹੀ ਨਹੀਂ ਸੀ, ਪਾਇਆ ਹੀ ਕੁਛ ਨਹੀਂ ਖੇਤਾਂ ਨੂੰ। ਅੱਛਾ, ਜੇ ਤੁਸੀਂ ਹੁਣ ਉਹੀ ਗੱਲ ਫਿਰ ਤੁਹਾਡੇ ਵਾਲੀ ਕੁਆਲਿਟੀ ਤੇ ਆ ਗਈ। ਜੇ ਹੁਣ ਆਪਾਂ ਪਾ ਰਹੇ ਆ ਪਿਛਲੇ ਸਾਲ ਤਾਂ ਹੀ ਵਧੀਆ ਹੈ, ਤੇ ਤਾਂ ਹੀ ਉਹ ਕੁਆਲਿਟੀ ਵਧੀਆ ਹੈ ਤੇ ਸਰਵਾਈਵ ਕਰ ਜਾਂਦਾ ਹੈ। ਸਰਵਾਈਵ ਤੁਹਾਨੂੰ ਪਤਾ ਹੀ ਹੈ ਜੀ, ਫਿਰ ਤਾਂ ਬਸ ਨਹੀਂ। ਪਰ ਦੇਖੋ, ਜਦੋਂ ਹੁਣ ਬੂਟਾ ਹੈ, ਜੇ ਬੂਟੇ ਨੂੰ ਕੁਝ ਪਿਆ ਨਹੀਂ ਪੂਰੇ ਸੀਜ਼ਨ ਦੇ ਵਿੱਚ ਜਾਂ ਘੱਟ ਪਿਆ, ਜੋ ਉਹਨੂੰ ਲਾਗਤ ਉਹਦੀ ਜਿੰਨੀ ਲੱਗਦੀ ਆ, ਜੇ ਉਹ ਮਿਲਿਆ ਨਹੀਂ ਤਾਂ ਫਿਰ ਆਉਂਦੇ ਕੁਝ ਸਾਲਾਂ ਤੱਕ ਤਾਂ ਉਹਦਾ ਅਸਰ ਦਿਸਦਾ ਹੋਊ। ਦੇਖੋ, ਜਿਹੜਾ ਤੁਸੀਂ ਹੁਣ ਪਾ ਰਹੇ ਆ ਸਾਰਾ ਕੁਝ, ਇਹ ਇਸ ਸਾਲ ਵਾਸਤੇ ਨਹੀਂ ਹੈਗਾ, ਇਹ ਅਗਲੇ ਸਾਲ ਵਾਸਤੇ। ਤੁਸੀਂ ਸਮਝ ਲਓ ਵੀ ਜਦੋਂ ਸਕਿਪ ਹੋ ਗਿਆ, ਉਹ ਤੋਂ 2 ਸਾਲ ਬਾਅਦ ਤੁਹਾਨੂੰ ਮੁੜ ਕੇ ਆਊਟਪੁੱਟ ਆਉਣੀ ਆ। ਫਿਰ ਸ਼ੌਕ ਚਲੇ ਜਾਂਦਾ, ਆਊਟਪੁੱਟ ਆਉਣੀ ਆ। ਪਰ ਤੁਸੀਂ ਸਸਤੀ ਮੇਨਟੇਨੈਂਸ ਰੱਖ ਲਓ, ਜਾਂ ਜਿਹੜਾ ਕੰਪੋਸਟ ਨਹੀਂ, ਮਨੂਰ ਹੀ ਪਾ ਲਓ, ਸਸਤਾ ਪੈਂਦਾ, ਪਰ ਰੱਖਣਾ ਔਖਾ ਆ। ਮੈਂ ਵੀ ਆਪ ਇਸ ਕੰਮ ਚੋਂ ਲੰਘਿਆ, ਪਰ ਬਹੁਤ ਔਖਾ ਆ। ਪਰ ਜੇ ਤੁਸੀਂ ਕੁਆਲਿਟੀ ਨਹੀਂ ਬਣਾਉਂਦੇ, ਕਿਉਂ ਜਦੋਂ ਅਸੀਂ ਸੌਗੀ ਨੂੰ ਬਣਾ ਕੇ ਆਪਣੇ ਘਰੇ ਰੱਖਦੇ ਆ, ਤੇ ਜੇ ਤੁਹਾਡੇ ਕੋਲ ਕੁਆਲਿਟੀ ਵਧੀਆ, ਫਿਰ ਤੁਹਾਨੂੰ ਕਿਸੇ ਨੂੰ ਫੋਨ ਕਰਨੇ ਦੀ ਲੋੜ ਨਹੀਂ, ਤੁਹਾਡੇ ਕੋਲ ਆਪ ਆਉਂਦੇ ਆ। ਠੀਕ ਹੈ ਜੀ। ਜਦੋਂ ਅਸੀਂ ਕੁਆਲਿਟੀ ਤੋਂ ਥੋੜਾ ਜਿਹਾ ਹੋ ਜਾਂਦਾ ਸਾਡਾ ਕੰਮ ਡਾਊਨ, ਤਾਂ ਫਿਰ ਅਸੀਂ ਉਹਨੂੰ ਵੇਚਣ ਦੀ ਕੋਸ਼ਿਸ਼ ਕਰਦੇ ਆ। ਫਿਰ ਪੈਸੇ ਤਾਂ ਦੇ ਦਿੰਦੇ ਆ ਉਹ, ਪਰ ਉਹਦੇ ਵਿੱਚ ਥੋੜੀ ਜਿਹੀ ਫਿਰ ਤੁਹਾਨੂੰ ਦੇਖਣਾ ਪੈਂਦਾ ਵੀ ਕਿੱਦਾਂ ਮਿਲਦੇ ਆ। ਤੇ ਇਸ ਗੱਲ ਦਾ ਬਹੁਤ ਜ਼ਰੂਰੀ ਆ। ਬਿਲਕੁਲ ਔਖਾ ਕੰਮ ਆ ਜਦੋਂ ਪੈਸੇ ਬਣੇ ਨਹੀਂ, ਫਿਰ ਮੇਨਟੇਨੈਂਸ ਕਿੱਦਾਂ ਕਰਨੀ ਹੈ। ਜਦੋਂ ਬਦਾਮਾਂ ਦੀ ਵੀ ਇਦਾਂ ਹੀ ਆ। ਜੀ ਜੀ, ਨਹੀਂ ਬਿਲਕੁਲ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਣੀਆਂ ਇਸ ਟਾਈਮ ਨਾਲ ਜਿਹੜੀਆਂ ਚੱਲ ਰਹੀਆਂ। ਤੇ ਸਰਬਜੀਤ ਸਿੰਘ ਜੀ, ਹੁਣ ਜੇ ਕੋਈ ਮੰਨ ਲਓ ਕੋਈ ਇਹ ਸੋਚਦਾ ਹੈ, ਬਹੁਤ ਸਾਰੇ ਲੋਕ ਨਵੇਂ ਆ ਰਹੇ ਖੇਤੀ, ਥੋੜਾ ਜਿਹਾ ਮਾਈਕ ਦੇ ਲਾਗੇ ਆ ਜਾਓ ਨਾਲੇ। ਹਾਂਜੀ। ਤੇ ਬਹੁਤ ਸਾਰੇ ਲੋਕ ਜਿਹੜੇ ਨਵੇਂ ਵੀ ਖੇਤੀ ਚ ਆ ਰਹੇ ਆ, ਜੇ ਕੋਈ ਸੋਚਦਾ ਵੀ ਮੈਂ ਯਾਰ ਸੌਗੀ ਦਾ ਖੇਤ ਲਾਉਣਾ ਆ, ਕੀ ਇਨਪੁਟ ਕਾਸਟ ਆ, ਕੀ ਉਹਦੇ ਲਈ ਜਿਹੜਾ ਉਹ ਤਿਆਰ ਬੰਦੇ ਨੂੰ, ਜਿਹੜਾ ਉਸ ਦੇ ਲਈ ਰੈਡੀ ਰਹਿਣਾ ਚਾਹੀਦਾ ਆ? ਪਾਣੀ ਜ਼ਿਆਦਾ ਇੰਪੋਰਟੈਂਟ ਆ, ਜ਼ਮੀਨ ਜ਼ਿਆਦਾ ਇੰਪੋਰਟੈਂਟ ਆ, ਦੋਨਾਂ ਦਾ ਸੁਮੇਲ ਦੇਖਣਾ, ਕਿੱਦਾਂ ਜਿਹੜਾ ਉਸ ਚੀਜ਼ ਨੂੰ ਦੇਖਣਾ? ਸਭ ਤੋਂ ਪਹਿਲਾਂ ਤਾਂ ਪਾਣੀ ਦੇਖਣਾ ਤੁਸੀਂ ਕਿੱਥੇ ਹੈਗਾ। ਠੀਕ ਹੈ ਜੀ।
ਕਿ ਪਾਣੀ ਤਾਂ ਜ਼ਰੂਰੀ ਆ, ਪਾਣੀ ਤੋਂ ਬਗੈਰ ਤਾਂ ਕੋਈ ਚੀਜ਼ ਹੋਣੀ ਨਹੀਂ। ਉਹ ਤੋਂ ਬਾਅਦ ਨੰਬਰ 2 ਤੇ ਫਿਰ ਜ਼ਮੀਨ ਆ ਜਾਂਦੀ ਹੈ। ਸੈਂਡੀ ਸੋਇਲ ਬੈਟਰ ਹੈ ਇਹਦੇ ਲਈ? ਸੈਂਡੀ ਸੋਇਲ ਬਹੁਤ ਵਧੀਆ ਆ। ਠੀਕ ਹੈ। ਸੈਂਡੀ ਸੋਇਲ ਤਾਂ ਹਰੇਕ ਕ੍ਰੌਪ ਲਈ ਵਧੀਆ ਹੈ, ਸਾਰਿਆਂ ਵਾਸਤੇ। ਜਦੋਂ ਪਾਣੀ ਖੜਦਾ ਨਹੀਂ ਜਿਹਦੇ ਵਿੱਚ ਤਾਂ ਸੌਖਾ ਜੜ੍ਹਾਂ ਨਹੀਂ ਗਲਦੀ। ਤੇ ਬਾਕੀ ਤੁਸੀਂ ਇਹ ਦੇਖਣਾ ਵੀ ਤੁਸੀਂ ਲਾ ਕੀ ਰਹੇ ਆ, ਕਿਉਂ ਤੁਸੀਂ ਕਿੰਨਾ ਖਰਚਾ ਕਰਨਾ ਅੰਗੂਰਾਂ ਤੇ। ਹੁਣ ਜੇ ਨਵਾਂ ਖੇਤ ਲਾਉਣਾ ਹੋਵੇ ਤੇ ਵਧੀਆ ਤਰੀਕੇ ਨਾਲ ਲਾਉਣਾ ਹੋਵੇ, ਜਿੱਦਾਂ ਆਪਾਂ ਗੱਲ ਕਰਦੇ ਹਾਂ ਸੈਲਮਾ ਪੀਟ, ਜਾਂ ਤੁਸੀਂ ਫੇਸਤਾ ਲਾਉਣੀ ਹੋਵੇ ਵਧੀਆ ਤਾਰਾਂ, $8 ਤੋਂ $10,000 ਤਾਂ ਤੁਹਾਡਾ ਸਿਰਫ ਉਹ ਮਟੀਰੀਅਲ ਦਾ ਹੀ ਆ। ਮਟੀਰੀਅਲ ਤੋਂ ਭਾਵ ਵੀ ਜਿਹੜੀ ਵੇਲ ਨਹੀਂ, ਅੱਛਾ ਤਾਰਾਂ ਹਾਰਡਵੇਅਰ ਦਾ ਹੀ ਆ? ਹਾਂਜੀ, ਹਾਰਡਵੇਅਰ ਦਾ। ਤੇ ਬੂਟਾ ਵੀ ਮੇਰਾ ਖਿਆਲ ਆ, ਮੈਂ ਪਿਛਲੇ 2 ਸਾਲ ਪਹਿਲਾਂ ਪੁੱਛਿਆ ਸੀਗਾ, ਤੇ ਉਹਨੂੰ ਸਾਦੇ ਆ ਊਬਰ ਵਾਈਨ। ਠੀਕ ਆ। ਕਾਫੀ ਉੱਚਾ ਹੁੰਦਾ, ਦੂਜੇ ਸਾਲ ਕਰਪ ਦੇ ਜਾਂਦਾ ਉਹ ਥੋੜਾ ਜਿਹਾ, 2-3 ਫੁੱਟ ਉੱਚਾ ਹੁੰਦਾ, ਜ਼ਿਆਦਾ ਹੁੰਦਾ, ਤੇ ਉਹਨੂੰ ਅੱਖਾਂ ਛੱਡੀਆਂ ਹੁੰਦੀਆਂ, ਫਿਰ ਉਹ ਸਿੱਧੇ ਆਣ ਕੇ ਲੱਗ ਜਾਂਦਾ। $9.5 ਦਾ ਸੀਗਾ ਉਹ। ਅੱਛਾ। ਤੇ ਜੇ ਤੁਸੀਂ ਹੁਣ 11x5 ਵੀ ਲਾਉਨੇ ਆ ਤਾਂ ਤੁਹਾਡੇ 300 ਦੇ ਕਰੀਬ, 240 ਦੇ ਕਰੀਬ ਬੂਟੇ ਲੱਗਦੇ ਆ ਪਰ ਰੋ ਤੇ ਤੁਸੀਂ ਹਿਸਾਬ ਲਾ ਲਓ ਵੀ $10 ਦਾ ਬੂਟਾ ਪਾਉਣਾ, ਇਹ ਤਾਂ ਇੱਕ ਰੋਜ਼ ਹੀ ਆ। ਬੜਾ ਨਹੀਂ ਹੈਗਾ, ਮਹਿੰਗਾ ਬਹੁਤ ਆ। ਇਨਪੁਟ ਕਾਸਟ ਜ਼ਿਆਦੀ ਹੈ। ਇਨਪੁਟ ਕਾਸਟ ਜ਼ਿਆਦਾ ਪਈ। ਸੋ ਬੈਟਰ ਆ ਫਿਰ ਲੱਗਾ ਲਗਾਇਆ ਲੈ ਲੈਣਾ ਚਾਹੀਦਾ। ਹਾਂਜੀ, ਲੱਗਾ ਲਗਾਇਆ ਲੈ ਲਓ, ਵਧੀਆ। ਲੱਗਾ ਲਗਾਇਆ ਵਧੀਆ, ਉਹਨੂੰ ਮੇਨਟੇਨ ਕਰ ਲਓ। ਜਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਪਹਿਲਾਂ ਤਾਂ ਇਹ ਦੇਖੋ ਤੁਸੀਂ ਪਾਣੀ ਆ ਜ਼ਮੀਨ ਕਿੱਥੇ ਲੈ ਰਹੇ ਆ, ਫਿਰ ਉਹ ਤੋਂ ਬਾਅਦ ਦੇਖੋ ਕਿਹੜੀ ਲੈ ਰਹੇ ਆ, ਤੁਹਾਡੀ ਵੈਰਾਈਟੀ ਕਿਹੜੀ ਲੱਗੀ ਹੋਈ ਆ, ਅੰਗੂਰ ਲੱਗੇ ਹੋਏ ਆ, ਬਦਾਮ ਲੱਗੇ ਹੋਏ, ਕੋਈ ਵੀ ਚੀਜ਼ ਲੈਣੀ ਆ ਤੇ ਲੱਗਾ ਲਗਾਇਆ ਮਿਲ ਜਾਏ ਬਹੁਤ ਵਧੀਆ ਚੱਲਦਾ ਹੋਵੇ, ਤੁਹਾਡਾ ਐਕਸਪੀਰੀਅੰਸ ਵੀ ਬਣ ਜਾਂਦਾ। ਮੈਂ ਹਰੇਕ ਬੰਦੇ ਨੂੰ ਰეკਮੈਂਡ ਕਰੂੰਗਾ ਵੀ ਜੇ ਕਿਸੇ ਨੇ ਖੇਤੀ ਸ਼ੁਰੂ ਕਰਨੀ ਆ 20 ਏਕੜ ਤੋਂ ਕਰ ਲਓ, ਵੱਡਿਆ ਕੰਮ ਨਾ ਕਰੋ, ਕਿਉਂ ਤੁਸੀਂ ਲਰਨ ਕਰਨਾ। ਜੇ ਤੁਹਾਡੇ ਕੋਲ ਐਕਸਪੀਰੀਅੰਸ ਹੀ ਨਹੀਂ ਹੈਗਾ ਖੇਤੀ ਕਰਨ ਵਾਸਤੇ ਸਾਡੇ ਕਿਸੇ ਕੋਲ, ਤੇ ਫਿਰ ਆਪਾਂ 20 ਏਕੜਾਂ ਦੇ ਵਿੱਚ ਨਾਲੇ ਤਾਂ ਸਿੱਖ ਸਕਦੇ ਆ, ਨਾਲੇ ਉਹ ਦੇਖ ਸਕਦੇ ਵੀ ਕੀ ਆਊਟਪੁੱਟ ਹੈ, ਕੀ ਇਨਪੁੱਟ ਜੀ। ਆਪਣੇ ਨਾਲ ਅਰਸ਼ਦੀਪ ਸਿੰਘ ਜੁੜੇ ਹੋਏ ਆ, ਆਪਾਂ ਉਹਨਾਂ ਦੀ ਵੀ ਸੁਣਦੇ ਆ ਗੱਲਬਾਤ। ਹਾਂਜੀ ਅਰਸ਼ਦੀਪ ਸਿੰਘ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨ ਜੀ। ਸਤਿ ਸ਼੍ਰੀ ਅਕਾਲ ਸਰਬਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਅਰਸ਼ਦੀਪ। ਅੱਛਾ, ਮੈਂ ਤਾਂ ਪਹਿਲਾਂ ਤਾਂ ਦੇਖੋ ਧੰਨਵਾਦ ਤੁਹਾਡਾ ਬਹੁਤ ਬਹੁਤ, ਬੜੇ ਸੋਹਣੇ ਵਿਸ਼ੇ ਤੁਸੀਂ ਕਰ ਰਹੇ ਆ ਅੱਜ ਕਵਰ। ਤੇ ਮੇਰਾ ਦੂਜਾ, ਤੁਸੀਂ ਮੈਨੂੰ ਜਦੋਂ ਵੀ ਮਿਲਦੇ ਨੇ ਰਾਜਕਰਨ ਜੀ, ਆਪਾਂ ਆਪਦੇ ਸਰੋਤਿਆਂ ਨੂੰ ਵੀ ਦੱਸਦੇ ਜਾਈਏ ਵੀ ਸਰਬਜੀਤ ਸਿੰਘ ਸਾਡੇ ਬਹੁਤ ਹੀ ਜਿਹੜੇ ਸੰਜਮ ਵਾਲੇ ਗਰੋਹਰਾਂ ਚੋਂ ਉਹਨਾਂ ਚੋਂ ਹਨਾ। ਤੋ ਭਾਜੀ ਇੱਕ ਗੱਲ ਕਹਿੰਦੇ ਹੁੰਦੇ ਆ ਵੀ ਉੱਤਮ ਖੇਤੀ ਮੱਧਮ ਵਪਾਰ। ਇਹਨਾਂ ਨੂੰ ਕਿ ਇਸ ਬਾਰੇ ਥੋੜਾ ਜਿਹਾ ਸਾਨੂੰ ਚਾਨਣਾ ਪਾ ਕੇ ਜਾਓ, ਕਿਉਂਕਿ ਸਾਨੂੰ ਖੇਤੀ 'ਚ ਕਾਹਲ ਬਹੁਤ ਹੋ ਚੱਲੀ ਸਾਰਿਆਂ ਨੂੰ ਅੱਜ ਕੱਲ੍ਹ ਜੀ। ਲਓ ਜੀ, ਖੇਤੀ ਏਦਾਂ ਜੀ ਅਰਸ਼ਦੀਪ ਜੀ, ਖੇਤੀ ਦੀ ਗੱਲ ਏਦਾਂ ਹੈਗੀ ਆ ਵੀ ਇਹਦੇ ਵਿੱਚ ਬਜ਼ੁਰਗਾਂ ਤੋਂ ਸਿੱਖਿਆ ਪਿੱਛੇ ਪੰਜਾਬ ਤੋਂ ਦੇਖੋ, ਉਹ ਸਿਰਫ ਇੱਕ ਖੇਤੀ ਨਾਲ ਹੀ ਗੁਜ਼ਾਰਾ ਕਰਦੇ ਸੀ ਆਪਣੇ ਪਰਿਵਾਰ ਦਾ। ਜੀ। ਸਾਰਾ ਪਰਿਵਾਰ ਉਹਨੀ ਖੇਤੀ ਨਾਲ ਹੀ ਵਿਆਹ ਕਰਨੇ, ਖੇਤੀ ਨਾਲ ਹੀ ਆਪਣੇ ਸਾਰਾ ਸਾਲ ਲੰਘਾਉਣਾ। ਤੇ ਇੱਥੇ ਅਸੀਂ ਥੋੜਾ ਜਿਹਾ ਨਾ ਬਾਹਲੀ ਦੌੜ ਵਿੱਚ ਪਏ ਹੋਏ ਆ, ਤੇ ਬੜੇ ਸ਼ੋਅ ਦੇ ਵਿੱਚ ਬੈਠੇ ਹੋਏ ਆ ਵੀ ਆਪਾਂ ਕਿਸ ਤਰ੍ਹਾਂ ਵੱਡਾ ਕੰਮ ਕਰੀਏ। ਆਪਾਂ ਇਸ ਗੱਲਾਂ ਤੋਂ ਗੁਰੇਜ਼ ਕਰੀਏ ਵੀ ਆਪਾਂ ਖੇਤੀ ਦੇ ਵਿੱਚ ਹਰੇਕ ਸਾਲ ਖੇਤੀ 'ਚ ਪੈਸੇ ਨਹੀਂ ਬਣਦੇ। ਖੇਤੀ ਏਦਾਂ ਹੈਗੀ ਵੀ ਮੌਸਮ ਤੇ ਸੇਵਾ ਨਾਲ ਆ। ਤੁਸੀਂ ਕਿੰਨੇ ਲੋਕਾਂ ਵਾਸਤੇ ਆਪਣਾ ਫੂਡ ਬਣਾ ਰਹੇ ਆ, ਤੇ ਨਾਲੇ ਰੁਜ਼ਗਾਰ ਵੀ ਪੈਦਾ ਕਰ ਰਹੇ ਆ, ਤੇ ਆਪਣੀ ਬੰਦਿਆਂ ਨੂੰ ਵੀ ਕੰਮ ਦੇ ਰਹੇ ਆ, ਅਸੀਂ ਆਪੂ ਵੀ ਬਿਜ਼ੀ ਆ, ਉਹਦੇ ਵਿੱਚ ਪਰਿਵਾਰ ਵੀ ਲੱਗਾ ਹੋਇਆ। ਪਰ ਇਹਦੇ ਵਿੱਚ ਬਹੁਤ ਸਹਿਜ ਦੇ ਨਾਲ ਕੰਮ ਚੱਲਦਾ ਵੀ ਸਹਿਜ 'ਚ ਰਹੋ, ਖਰਚੇ ਘੱਟ ਕਰੋ, ਜਦੋਂ ਪੈਸੇ ਬਣਦੇ ਆ ਉਹਨਾਂ ਨੂੰ ਸਾਂਭ ਕੇ ਰੱਖ ਲਓ, ਫਿਰ ਅਗਲੇ ਸਾਲ ਫੇਰ ਵੀ ਲੋੜ ਪੈ ਜਾਣੀ ਜੀ। ਅੱਛਾ, ਇਹ ਵੀ ਅਰਸ਼ਦੀਪ ਸਿੰਘ, ਸਰਬਜੀਤ ਸਿੰਘ ਜੀ ਅਕਸਰ ਆਪਾਂ ਨੂੰ ਇਹ ਵੀ ਦੱਸਦੇ ਹੁੰਦੇ ਆ ਵੀ ਜ਼ਮੀਨ ਦਾ ਜ਼ੋਰ ਵੀ ਘੱਟ ਲਵਾਉਣਾ ਚਾਹੀਦਾ ਆ। ਇੱਕ ਤੁਸੀਂ ਉਦਾਹਰਨ ਦਿੰਦੇ ਹੁੰਦੇ ਆ ਕਮਾਦ ਦੀ, ਹਾਂ, ਉਹ ਥੋੜੀ ਜ਼ਰੂਰ ਇੱਕ ਵਾਰੀ ਦੱਸੋ। ਉਹ ਏਦਾਂ ਜੀ ਵੀ ਅਸੀਂ ਜਦੋਂ ਸਾਡੇ ਬਜ਼ੁਰਗ ਨਾਨੇ ਸਾਡੇ ਤਾਂ ਬਾਬਾ ਸਾਡੇ ਜਦੋਂ ਕਮਾਦ ਬੀਜਦੇ ਹੁੰਦੇ ਸੀ ਨਾ, ਹਾਂਜੀ, ਤੇ ਉਦੋਂ ਅਸੀਂ ਤਕਰੀਬਨ ਮੇਰਾ ਖਿਆਲ 10ਵੀਂ 11ਵੀਂ ਦੀ ਗੱਲ ਆ, 9ਵੀਂ 10ਵੀਂ 'ਚ ਪੜ੍ਹਦੇ ਹੁੰਦੇ ਸੀ। ਗੰਨੇ ਛਿੱਲ ਲੈਣੇ, ਛਿੱਲ ਕੇ ਗੰਨੇ ਤਾਂ ਉੱਥੇ ਸਿੱਟ ਲੈਣੇ, ਤੇ ਜਦੋਂ ਵੱਧ ਜਾਣੇ ਤਾਂ ਗੰਨੇ ਤਾਂ ਅਸੀਂ ਚੱਕਣ ਮਾਰਿਆਂ ਨੇ ਉਹ ਮੁੜ ਕੇ ਖੇਤ ਨੂੰ ਖੰਡ ਮਾਰਿਆਂ ਨੇ ਅਸੀਂ ਵਿੱਚੇ ਸਿੱਟ ਦੇਣੇ, ਖੇਤ 'ਚ ਹੀ ਬੀਜ ਦੇਣੇ, ਇੱਥੇ ਲਾ ਦੋ, ਹਾਂ, ਉਹਨੀ ਸੁਹਾਗਾ ਮਾਰਨ ਆਉਣਾ ਤਾਂ ਉਹਨੇ ਉੱਥੇ ਸੁਹਾਗਾ ਖੜਾ ਕਰ ਲੈਣਾ, ਕਹਿੰਦੇ ਵੀ ਇਹ ਗੰਨੇ ਵਾਧੂ ਸਿੱਟੇ ਆ। ਮੈਂ ਕਿਹਾ ਕੋਈ ਗੱਲ ਨਹੀਂ, ਦੋ ਤਾਂ ਲਾਈਨਾਂ ਇਹਦੇ ਵਿੱਚ ਗੰਨੇ ਵਾਧੂ ਆ। ਕਹਿੰਦੇ ਨਹੀਂ, ਜ਼ਮੀਨ ਦਾ ਜ਼ੋਰ ਲੱਗਦਾ, ਗੰਨਾ ਲਾਂਘ ਤੇ ਸਿੱਟਣਾ। ਉਹੀ ਇੱਥੇ ਗੱਲ ਆ, ਜਿਹੜੇ ਪੁਰਾਣੇ ਖੇਤ ਲੱਗੇ ਹੋਏ ਆ ਉਹ ਬਦਾਮਾਂ ਦੇ ਵੀ ਲੱਗੇ, ਹਾਂ, ਪੈਸੇ ਬਣਾਉਣ ਵਾਸਤੇ ਅਸੀਂ ਲੱਗੇ ਆ ਗਏ ਆ। ਉਹ 24x24 ਤੇ ਕਈ ਲੱਗੇ ਆ, 12-12 14-14 ਫੁੱਟ ਤੇ ਬੂਟੇ ਪੁਰਾਣੇ ਲਾਏ ਹੋਏ, 24 ਫੁੱਟ ਚੌੜੇ ਤੇ 16 ਫੁੱਟ ਤੇ ਬੂਟਾ ਲਾਇਆ ਹੋਇਆ। ਤੇ ਹੁਣ ਅਸੀਂ ਠੀਕ ਆ, ਛੇਤੀ ਦਾ ਨਹੀਂ ਕਹਿੰਦੇ ਵੀ ਆਪਾਂ 20 ਤੇ ਲਾ ਲਈਏ, ਯੀਲਡ ਵਧਾਈਏ, ਪਰ ਤੁਸੀਂ ਇਹ ਦੇਖੋ ਜਦੋਂ ਯੀਲਡ ਵਧਣੀ ਆ ਉਦੋਂ ਤੁਹਾਡਾ ਖਰਚਾ ਵੀ ਬਹੁਤ ਹੋਣਾ, ਤੁਸੀਂ ਉਹਨਾਂ ਨੂੰ ਢੇਰ ਵੀ ਫਰਟੀਲਾਈਜ਼ਰ ਵੀ ਉਨੀ ਪਾਉਣੀ ਆ। ਤੇ ਜੇ ਤੁਸੀਂ
ਉਸੇ ਹਿਸਾਬ ਨਾਲ ਲਾਏ। ਅੰਗੂਰ ਵੀ ਐਂ ਹੀ ਆ, ਹੂੰ ਹੂੰ ਜਿਹੜੇ 5 ਫੁੱਟ ਦੇ ਬੂਟੇ ਆ ਉਹਨਾਂ ਨੂੰ ਫਰਟੀਲਾਈਜ਼ਰ ਜ਼ਿਆਦਾ ਚਾਹੀਦੀ ਆ, ਜਿਹੜੇ 7 ਫੁੱਟ ਦੇ ਬੂਟਾ ਉਹਨੂੰ ਫਰਟੀਲਾਈਜ਼ਰ ਘੱਟ ਘੱਟ ਚਾਹੀਦਾ ਚਾਹੀਦੀ ਆ। ਜੀ 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 ਅਰਸ਼ਦੀਪ ਸਿੰਘ। ਹਾਂਜੀ ਹਾਂਜੀ ਜੀ, ਮੈਂ ਇੱਕ ਗੱਲ ਹੋਰ ਭਾਜੀ ਤੁਸੀਂ ਮਾੜੀ ਜਿਹੀ ਦੱਸਿਓ, ਕਿਉਂਕਿ ਜਿਹੜਾ ਮੈਂ ਮਤਲਬ ਜਿਹੜੇ ਭਾਜੀ ਹੈ ਨਾ, ਇਹ ਖੇਤੀ ਬਹੁਤ ਵਧੀਆ ਤਰੀਕੇ ਨਾਲ ਕਰਦੇ ਜਿਵੇਂ ਹੋਣੀ ਚਾਹੀਦੀ ਹੈ ਹਨਾ। ਤੇ ਇੱਕ ਇਹ ਕਵਰ ਕ੍ਰੌਪ ਹਰੇਕ ਸਾਲ ਲਾਉਂਦੇ ਆ ਹਨਾ। ਆਪਣੇ ਬਹੁਤ ਸਾਰੇ ਗਰੋਰਾਂ ਦੇ ਕੁਐਸਚਨ ਨੇ ਉੱਤੇ ਵੀ ਲਾਉਣੀ ਚਾਹੀਦੀ ਨਹੀਂ ਲਾਉਣੀ ਚਾਹੀਦੀ। ਇਹ ਉਹਨਾਂ ਗਰੋਰਾਂ ਚ ਜਿਹੜੇ ਕਹਿੰਦੇ ਵੀ ਹਰੇਕ ਸਾਲ ਕਹਿੰਦੇ ਲਾਉਣੀ ਚਾਹੀਦੀ ਆ, ਮਾੜਾ ਇਹ ਵੀ ਇਹਦੇ ਤੇ ਵੀ ਚਾਨਣਾ ਪਾ। ਇਹ ਅਰਸ਼ਦੀਪ, ਇਹ ਵੀ ਆਪਾਂ ਥੋੜੇ ਕੁ ਚਿਰ ਤੋਂ ਹੀ ਇਹੋ ਸਿੱਖਿਆ ਹੈਗਾ ਗੁਆਂਢੀਆਂ ਤੋਂ ਹੀ, ਤੇ ਇਹ ਲਾਉਣੀ ਚਾਹੀਦੀ ਆ ਅੰਗੂਰਾਂ ਵਿੱਚ ਤਾਂ ਖਾਸ ਕਰਕੇ, ਕਿਉਂ ਬਦਾਮਾਂ 'ਚ ਥੋੜਾ ਜਿਹਾ ਜਿੱਥੇ ਤਾਂ ਫਲੱਡ ਲੱਗਦਾ ਉੱਥੇ ਉਹ ਕਾਮਯਾਬ ਆ, ਜਿੱਥੇ ਡ੍ਰਿਪ ਲੱਗਦਾ ਉੱਥੇ ਤੁਸੀਂ ਬੀਜ ਤਾਂ ਲੈਂਦੇ ਆ, ਜੇ ਤਾਂ ਮੀਂਹ ਪਈ ਜਾਵੇ ਪੂਰਾ ਤਾਂ ਠੀਕ ਆ, ਜੇ ਤੁਸੀਂ ਬੀਜ ਵੀ ਲਾਓਗੇ ਵਧੀਆ ਧਰਤੀ ਨੂੰ ਖੋਲਦੀ ਆ, ਤੇ ਅਸੀਂ ਕਵਰ ਕ੍ਰੌਪ ਜਿਹੜਾ ਆ ਉਹ ਗਰਾਊਂਡ ਨੂੰ ਓਪਨ ਕਰਦਾ, ਸਾਹ ਆਉਂਦਾ ਹਾਂ, ਜਦੋਂ ਗਰਾਊਂਡ ਨੂੰ ਓਪਨ ਕਰਦਾ ਫਿਰ ਦੇਖੋ ਵੀ ਜੇ ਬੀਜਣਾ ਕਿਦਾਂ ਦਾ ਕਵਰ ਕ੍ਰੌਪ, ਫਿਰ ਉਹਦੇ ਵਿੱਚ ਤੁਹਾਡੀ ਨਾਈਟ੍ਰੋਜਨ ਕਿੰਨੀ ਬਣਦੀ ਆ, ਤੁਹਾਨੂੰ ਪਾਉਣ ਦੀ ਲੋੜ ਨਹੀਂ ਪੈਂਦੀ, ਤੁਹਾਡੇ ਆਲਰੇਡੀ ਆਟੋਮੈਟਿਕ ਬਣੀ ਹੁੰਦੀ ਆ। ਖੇਤਾਂ ਜਿਹੜੇ ਬਦਾਮਾਂ ਵਾਲੇ ਆ ਅੰਗੂਰਾਂ ਵਾਲੇ ਆ ਤਕਰੀਬਨ ਇਹਨਾਂ ਸਾਰਿਆਂ ਨੂੰ ਕਈ ਅਸੀਂ ਤਾਂ ਫਲੱਡ ਲਾਉਣੇ ਕਰਕੇ ਮੈਂ ਕਹਿੰਦਾ, ਪਰ ਡ੍ਰਿਪ ਵਾਲੇ ਵੀ ਬੰਦੇ ਲਾਉਂਦੇ ਮੈਂ ਦੇਖਿਆ, ਲਾਉਣਾ ਚਾਹੀਦਾ, ਕਿਉਂ ਸਿਆਲ ਨੂੰ 1-2 ਮੀਂਹ ਵੀ ਪੈ ਜਾਣ ਤਾਂ ਬਹੁਤ ਵਧੀਆ ਕਵਰ ਕ੍ਰੌਪ ਹੋ ਜਾਂਦਾ। ਜੀ ਬਿਲਕੁਲ ਜੀ। ਅਰਸ਼ਦੀਪ ਸਿੰਘ ਧੰਨਵਾਦ ਕਾਲ ਦੇ ਲਈ, ਮਿਹਰਬਾਨੀ। ਥੈਂਕ ਯੂ ਜੀ, ਥੈਂਕ ਯੂ। ਸੋ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਉਹ ਸਮਾਪਤ ਜਿਹੜਾ ਉਹ ਹੋ ਗਿਆ। ਗੱਲ ਆਪਾਂ ਜਾਂਦੇ ਜਾਂਦੇ ਉਹ ਕੰਪਲੀਟ ਕਰਕੇ ਤੇ ਫਿਰ ਆਪਾਂ ਸਮਾਪਤੀ ਜਿਹੜੀ ਕਰਦੇ, ਜਿੱਦਾਂ ਤੁਸੀਂ ਦੱਸਿਆ ਵੀ ਇਨਪੁਟ ਕਾਸਟ ਜਿਹੜੀ ਖਾਸ ਕਰਕੇ ਸ਼ੁਰੂਆਤ ਦੇ ਵਿੱਚ ਆ ਉਹ ਕਾਫੀ ਜਿਹੜੀ ਇਸ ਦੇ ਵਿੱਚ ਆ ਜਾਂਦੀ। ਕੋਈ ਇਹ ਨਹੀਂ, ਅਸੀਂ ਇਹ ਨਹੀਂ ਦੱਸ ਰਹੇ, ਤੁਹਾਨੂੰ ਰਿਐਲਿਟੀ ਜਿਹੜੀ ਉਹ ਦੱਸ ਰਹੇ ਵੀ ਜੋ ਸਿਚੁਏਸ਼ਨ ਇਸ ਟਾਈਮ ਜਿਹੜੀ ਉਹ ਚੱਲ ਰਹੀ ਆ। ਓਵਰਆਲ ਪੂਰੇ ਸੀਜ਼ਨ ਦੇ ਵਿੱਚ ਜੇ ਕੋਈ ਡ੍ਰਿਪ ਦੇ ਨਾਲ ਸਰਬਜੀਤ ਸਿੰਘ ਜੀ ਖੇਤੀ ਕਰਦਾ ਆ ਅੰਗੂਰਾਂ ਦੀ, ਕਿੰਨੇ ਏਕੜ ਫੁੱਟ ਪਾਣੀ ਜਿਹੜਾ ਉਸ ਨੂੰ ਚਾਹੀਦਾ? ਕਿਉਂਕਿ ਹੁਣ ਜਿਹੜਾ ਰੌਲਾ ਆ GSAs ਦਾ, ਸਿਗਮਾ ਦਾ, ਉਹ ਸਾਰੇ ਕਾਸੇ ਦੇ ਵਿੱਚ ਕੀ ਵਿਕਲਪ ਜਿਹੜੇ ਲੋਕਾਂ ਦੇ ਕੋਲ ਰਹਿ ਜਾਂਦੇ ਆ, ਉਹ ਦੇਖਣ ਵਾਲੀ ਗੱਲ ਆ। ਕਿੰਨੇ ਏਕੜ ਫੁੱਟ ਪਾਣੀ ਜਿਹੜਾ ਆ ਉਹ ਓਵਰਆਲ ਲੱਗਦਾ ਆ ਪੂਰੇ ਜਿਹੜੇ ਸੀਜ਼ਨ ਦੇ ਵਿੱਚ ਇਹਦੀ ਖੇਤੀ ਕਰਨ ਦੇ ਲਈ? ਅੰਗੂਰਾਂ ਵਾਸਤੇ ਤਾਂ ਪਾਣੀ ਸਰ ਜਾਂਦਾ ਥੋੜੇ ਪਾਣੀ ਨਾਲ, ਥੋੜੇ ਨਾਲ ਵੀ ਸਰ ਜਾਂਦਾ, ਪਰ ਲਾਉਣਾ ਕਿੱਦਾਂ? ਕਿਉਂ ਜਦੋਂ ਤੁਸੀਂ ਪਾਣੀ ਲਾਉਨੇ ਆ, ਜੇ ਆਪਾਂ 12 ਘੰਟੇ ਪਾਣੀ ਲਾਉਨੇ ਤਾਂ ਉਹ ਕਿਸੇ ਪਾਸੇ ਨਹੀਂ ਜਾਂਦਾ, ਉਹ ਉੱਪਰ ਹੀ ਰਹਿ ਜਾਂਦਾ, ਜ਼ਮੀਨ ਹੀ ਗਿੱਲੀ ਕਰਦਾ। ਹਾਂਜੀ, ਕਿਉਂ ਜੇ ਤੁਸੀਂ ਥੱਲੇ ਤੱਕ ਪਾਣੀ ਨੂੰ ਪਹੁੰਚਾਉਣਾ ਹੈਗਾ, ਤੁਸੀਂ ਘੱਟ ਤੋਂ ਘੱਟ ਮਹੀਨੇ ਦੇ ਵਿੱਚ ਇੱਕ ਵਾਰੀ ਤਾਂ ਪੂਰਾ ਪਾਣੀ ਲਾਓ, 48 ਘੰਟੇ ਲਾਓ, 36 ਘੰਟੇ ਲਾਓ, ਤੁਹਾਡੀ ਕਿੱਦਾਂ ਦੀ ਗਰਾਊਂਡ ਆ, ਤੇ ਫਿਰ ਤੁਸੀਂ ਦੂਜੀ ਵਾਰੀ ਮਹੀਨੇ 'ਚ ਇੱਕ ਵਾਰੀ ਤੁਸੀਂ ਲਾ ਲਿਆ, ਮੇਨਟੇਨ ਕਰ ਲਿਆ, 1 ਫੁੱਟ ਕਿੰਨੇ ਡੂੰਘਾ ਪਾਣੀ ਚਲੇਗਾ, ਉਹ ਥੱਲੜੀ ਗਿੱਲ ਨਾਲ ਰੀਚ ਕਰ ਗਿਆ, ਬੂਟੇ ਨੇ ਸਰਵਾਈਵ ਕਰ ਜਾਣਾ। ਤੇ ਜਿਹੜਾ ਫਲੱਡ ਵਾਲਾ ਉਹ ਤਾਂ ਪਾਣੀ ਦਾ ਕੋਈ ਅੰਤ ਹੀ ਨਹੀਂ ਹੈਗਾ, ਜਿੰਨਾ ਮਰਜ਼ੀ ਲਾਈਏ। ਜੀ, ਸਮਾਂ ਸਮਾਪਤ ਹੈ ਅੱਜ ਦੀ ਗੱਲਬਾਤ ਦੇ ਲਈ। ਸਰਬਜੀਤ ਸਿੰਘ ਸਰਾਂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਆਏ, ਕਿਉਂਕਿ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਅੱਖ ਜਿਹੜੀ ਉਹ ਪੂਰੀ ਇਸ ਟਾਈਮ ਸੌਗੀ ਦੇ ਉੱਤੇ ਆ, ਤੇ ਤੁਸੀਂ ਫਿਰ ਵੀ ਸਮਾਂ ਕੱਢ ਕੇ ਵਿੱਚ ਆਏ ਤੇ ਗੱਲਬਾਤ ਕੀਤੀ। ਬਹੁਤ ਸਾਰੀ ਜਿਹੜੀ ਵਡਮੁੱਲੀ ਜਾਣਕਾਰੀ ਤੁਸੀਂ ਸਾਂਝ ਪਾਈ। ਬੜਾ ਧੰਨਵਾਦ, ਬੜੀ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।